सत श्री अकाल जी। द खालस टीवी देखने वाले साडे सारे दर्शकों का बहुत बहुत स्वागत है। पंजाब दीयां खास खबरां दे खास बुलेटिन दे नाल मैं हरशरण कौर। अज 17 सितंबर है, दिन शुक्रवार है। खबरां दे विस्तार तो पहला तुहानूं खास ते वड्डियां खबरां दस दिंदे हां। अज 17 सितंबर के दिन ही पिछले साल संसद दे विच 3 खेती कानूनां नूं मंजूरी दित्ती गई सी, पास किए गए सी संसद दे विच ये बिल पक्के तौर ते। 1 साल हो गया तो अज 1 साल होने ते श्रोमणी अकाली दल ने प्रोग्राम बनाया सी कि गुरुद्वारा रकाबगंज साहिब तो संसद तक रोस मार्च कढ़िया जाएगा। कल ही काफले श्रोमणी अकाली दल के दिल्ली वाल नूं जाने शुरू हो गए सी, पर उत्थे पुलिस प्रशासन ने रोकां ला दित्तियां ने। प्रशासन तो मंजूरी नहीं मिली है रोस मार्च कढ़न दी, पर फिर भी सुखबीर बादल ने कहा सी कि रोस मार्च हर हाल विच कढ़िया जाएगा। रात नूं उत्थे वर्कर पहुंच रहे सी तां उत्थों दीयां तस्वीरां ने जिहड़ियां ओह असीं तुहानूं पहलां दिखा दिंने आ। श्रोमणी अकाली दल ने कहा कि एक तो बाद एक सड़कां ने जिहड़ियां ओह बंद कीतियां जा रहीआं ने ते सानूं गुरु घर अंदर भी नहीं जाण दित्ता जा रिहा। बड़ा अफसोस है कि डेमोक्रेटिक राइट सारा का हक है कि किसानी अंदोलन में पूरे देश में किसान एक प्लेटफॉर्म पर खड़े हुए हैं। सारे चाहते काले कानून रद्द हो। अज 1 साल हो जाना कल जो काले कानून मोदी सरकार ने लागू किए। इस संबंध में पंजाब के कोने कोने में संगत इतने आई है अपनी आवाज़ उठाने वास्ते, पूरे देश मैसेज देने वास्ते कि आ कानून रद्द होने चाहिए, किसी हाल च रद्द। बैरिकेडिंग की गई है पुलिस वालों कल साड़ियां बहुत गड्डियां साडे बॉर्डर रोकतियां, बॉर्डर से बसां रोकतियां, लोगों को फड़ रहे हैं। पूरी कोशिश सेंटर सरकार ते हरियाणा सरकार लगी है। बड़ी अफसोस की गल है। ਬਾਰਡਰਾਂ ਤੇ ਰੋਕਿਆ ਜਾ ਰਿਹਾ। ਬਾਰਡਰਾਂ ਤੇ ਰੋਕਣ ਦੀ ਬਾਵਜੂਦ ਜੇ ਉਹ ਬਾਰਡਰਾਂ ਤੋਂ ਅੱਗੇ ਲੰਘ ਕੇ ਆਉਂਦੇ ਆ, ਉਹਨਾਂ ਨੂੰ ਜਿੰਨੇ ਵੀ ਗੁਰਦੁਆਰੇ ਨੂੰ ਬਾਹਰ ਜਾਂਦੇ ਆ ਸਾਰਿਆਂ ਤੇ ਇਹਨਾਂ ਨੇ ਬੈਰੀਕੇਡਿੰਗ ਕਰਤੀ ਆ। ਜਮਹੂਰੀਅਤ ਦਾ ਘਾਣ ਕਰ ਰਹੇ ਆ, ਡੈਮੋਕ੍ਰੇਸੀ ਦਾ ਘਾਣ ਕਰ ਰਹੇ ਆ। ਤੇ ਖੇਤੀ ਕਾਨੂੰਨਾਂ ਦੇ 1 ਸਾਲ ਪੂਰਾ ਹੋਣ ਤੇ ਕਿਸਾਨਾਂ ਨੇ ਵੀ ਸਾਰੇ ਸੰਘਰਸ਼ੀ ਮੋਰਚਿਆਂ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਮੁਜ਼ਾਹਰੇ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਉਧਰ ਬੀਜੇਪੀ ਦੇ ਨਵੇਂ ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੇ ਕਿਸਾਨਾਂ ਤੋਂ ਇਹ ਕਹਿੰਦਿਆਂ ਮਾਫੀ ਮੰਗੀ ਹੈ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ। ਯਾਨੀ ਕਿ ਕਾਹਲੋਂ ਨੂੰ ਇਹ ਨਹੀਂ ਕਹਿਣਾ ਆਇਆ ਕਿ ਮੇਰਾ ਬਿਆਨ ਗਲਤ ਸੀ। ਕਹਿੰਦੇ ਜੇ ਮੇਰੇ ਬਿਆਨ ਨਾਲ ਤੁਹਾਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਬਹੁਤ ਅਫਸੋਸ ਹੈ। ਯਾਨੀ ਕਿ ਬਿਆਨ ਉਹਨਾਂ ਦਾ ਠੀਕ ਸੀਗਾ। ਤੇ ਬੀਜੇਪੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨੇ ਚੁੱਪ ਧਾਰੀ ਹੋਈ ਹੈ, ਕਿਉਂਕਿ ਬੀਜੇਪੀ ਨੇ ਸਿੱਖ ਚਿਹਰਿਆਂ ਨੂੰ ਇਸ ਕਰਕੇ ਪਾਰਟੀ ਵਿੱਚ ਲਿਆਂਦਾ ਸੀ ਕਿ ਫਾਇਦਾ ਹੋਏਗਾ, ਪਰ ਇਹ ਉਲਟਾ ਨੁਕਸਾਨ ਕਰ ਰਹੇ ਨੇ। ਇੱਕ ਸੀਨੀਅਰ ਲੀਡਰ ਨੇ ਕਿਹਾ ਕਿ ਅਜਿਹੀ ਸਖਤ ਬਿਆਨਬਾਜ਼ੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਕਿਸਾਨਾਂ ਬਾਰੇ ਕਦੇ ਨਹੀਂ ਕੀਤੀ। ਸਿੱਖ ਚਿਹਰਿਆਂ ਨੂੰ ਪਾਰਟੀ ਅੰਦਰ ਲਿਆਉਣਾ ਸਾਨੂੰ ਉਲਟਾ ਪੈ ਰਿਹਾ ਹੈ, ਕਿਉਂਕਿ ਅਜਿਹੇ ਬਿਆਨ ਨੇ ਜਿਹੜੇ ਸਿੱਖ ਭਾਈਚਾਰਾ ਹੀ ਨਹੀਂ ਸਗੋਂ ਪਾਰਟੀ ਨਾਲ ਜੁੜਿਆ ਹਿੰਦੂ ਭਾਈਚਾਰੇ ਨੂੰ ਵੀ ਨਾਰਾਜ਼ ਕਰ ਰਹੇ ਨੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੇ ਬੇਅਦਬੀ ਕਾਂਡ ਦੇ ਰੋਸ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਡੇਰਾ ਸਿਰਸਾ ਤੇ ਮੁਕੰਮਲ ਪਾਬੰਦੀ ਲਾਈ ਜਾਵੇ, ਕਿਉਂਕਿ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਸਿਰਸਾ ਦਾ ਪੂਰਾ ਹੱਥ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਤੇ ਦੋਸ਼ੀ ਖਿਲਾਫ UAPA ਸਮੇਤ ਹੋਰ ਧਾਰਾਵਾਂ ਲਾ ਕੇ ਵਾਅਦਾ ਵੀ ਕਰ ਦਿੱਤਾ ਗਿਆ ਹੈ। ਤੇ ਬੇਅਦਬੀ ਕਾਂਡ ਦੇ ਦੋਸ਼ੀ ਦੇ ਸਮਾਜਿਕ ਬਾਈਕਾਟ ਦਾ ਵੀ ਪਿੰਡ ਵਾਲਿਆਂ ਨੇ ਐਲਾਨ ਕਰ ਦਿੱਤਾ ਹੈ। ਮੋਗਾ ਜ਼ਿਲ੍ਹੇ ਦੇ ਵਿੱਚ ਦੋਸ਼ੀ ਦੇ ਜੱਦੀ ਪਿੰਡ ਲੰਗਿਆਣਾ ਨਵਾਂ ਦੀ ਸੰਗਤ ਨੇ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਪਿੰਡ ਦੇ ਗੁਰਦੁਆਰੇ ਦੇ ਵਿੱਚ ਕੱਲ ਸੰਗਤ ਇਕੱਠੀ ਹੋਈ, ਵਾਹਿਗੁਰੂ ਦਾ ਜਾਪ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਅਰਦਾਸ ਕੀਤੀ ਗਈ। ਇਸ ਮੌਕੇ ਸੰਗਤ ਨੇ ਮੁਲਜ਼ਮ ਲਈ ਸਖਤ ਸਜ਼ਾ ਦੀ ਮੰਗ ਕਰਦਿਆਂ ਹੱਥ ਖੜੇ ਕਰਕੇ ਸਮਾਜਿਕ ਬਾਈਕਾਟ ਦੇ ਫੈਸਲੇ ਦਾ ਸਮਰਥਨ ਕੀਤਾ ਤੇ ਕਿਹਾ ਕਿ ਡੇਰੇ ਨਾਲ ਜੁੜੇ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖੀ ਜਾਵੇ। ਹਾਲਾਂਕਿ ਪਿੰਡ ਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਦਾ ਪਰਿਵਾਰ ਕਰੀਬ 4 ਦਹਾਕੇ ਪਹਿਲਾਂ ਇੱਥੋਂ ਚਲਾ ਗਿਆ ਸੀ ਤੇ ਉਹਨਾਂ ਦੀ ਪਿੰਡ ਲੰਗਿਆਣਾ ਦੇ ਵਿੱਚ ਕਰੀਬ 15 ਏਕੜ ਜ਼ਮੀਨ ਨੂੰ ਹੁਣ ਪਿੰਡ ਦਾ ਕੋਈ ਵੀ ਵਿਅਕਤੀ ਠੇਕੇ ਤੇ ਜਾਂ ਖਰੀਦ ਕਰਕੇ ਨਹੀਂ ਲਵੇਗਾ। ਪੰਜਾਬ ਮੰਤਰੀ ਮੰਡਲ ਦੇ ਵੱਲੋਂ ਅੱਜ ਬੈਠਕ ਕੀਤੀ ਜਾਏਗੀ ਤੇ ਅੱਜ ਦੀ ਬੈਠਕ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਫੈਸਲਾ ਹੋਵੇਗਾ। ਵੱਖ-ਵੱਖ ਵਿਭਾਗ
ਵਿਭਾਗਾਂ ਵਿੱਚ ਕੰਮ ਕਰਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਦੇ ਲਈ ਕੈਬਨਿਟ ਵੱਲੋਂ ਦਾ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ ਕੰਟਰੈਕਚੁਅਲ EMPLOYEES ਬਿੱਲ 2020 ਨੂੰ ਕੈਬਨਿਟ ਦੇ ਵਿੱਚ ਲਿਆਂਦਾ ਜਾਵੇਗਾ ਤੇ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਇਸ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਵੇਗਾ। ਸੋ ਜੇ ਪੰਜਾਬ ਸਰਕਾਰ ਇਹ ਫੈਸਲਾ ਅੱਜ ਕਰ ਦਿੰਦੀ ਹੈ ਤਾਂ ਪੰਜਾਬ ਦੇ ਵਿੱਚ ਕਰੀਬ 30,000 ਕੱਚੇ ਮੁਲਾਜ਼ਮ ਰੈਗੂਲਰ ਹੋ ਸਕਦੇ ਨੇ, ਜਿਹੜੇ 10 ਤੋਂ ਵੀ ਵੱਧ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਹੀ ਕੰਮ ਕਰ ਰਹੇ ਨੇ। ਤੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਦੇ ਵਿੱਚ GST ਕੌਂਸਲ ਦੀ ਮੀਟਿੰਗ ਵੀ ਹੋਵੇਗੀ ਲਖਨਊ ਦੇ ਵਿੱਚ ਤੇ ਇਸ ਮੀਟਿੰਗ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ GST ਦੇ ਘੇਰੇ ਵਿੱਚ ਲਿਆਂਦੇ ਜਾਣ ਤੇ ਚਰਚਾ ਹੋਵੇਗੀ। ਪਰ ਕੇਰਲਾ ਦੀ ਸਰਕਾਰ ਨੇ GST ਦੇ ਘੇਰੇ ਵਿੱਚ ਪੈਟਰੋਲ ਤੇ ਡੀਜ਼ਲ ਲਿਆਂਦੇ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਦੇ ਨਾਲ ਸੂਬੇ ਨੂੰ ਮਿਲਦਾ ਮਾਲੀਆ ਘਟੇਗਾ। ਹਾਲਾਂਕਿ ਸੱਚ ਹੈ ਕਿ ਜੇ GST ਦੇ ਘੇਰੇ ਵਿੱਚ ਪੈਟਰੋਲ ਤੇ ਡੀਜ਼ਲ ਆਉਂਦਾ ਹੈ ਤਾਂ ਬਾਕੀ ਜਿਹੜੇ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰਾਂ ਮੋٹے-ਮੋٹے ਟੈਕਸ ਲੈਂਦੀਆਂ ਨੇ ਉਹ ਜ਼ਰੂਰ ਬੰਦ ਹੋ ਜਾਣਗੇ। ਜਦਕਿ ਕੇਰਲਾ ਦੀ ਸਰਕਾਰ ਨੇ ਇਹ ਤਰਕ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਸੈਸ ਵਧਾਇਆ ਹੈ, ਜਿਸ ਕਰਕੇ ਪੈਟਰੋਲ ਤੇ ਡੀਜ਼ਲ ਦੇ ਭਾਅ ਵੱਧ ਜਾਂਦੇ ਨੇ। ਕੇਂਦਰ ਆਪਣਾ ਸੈਸ ਘਟਾ ਦੇਵੇ ਤਾਂ ਕੀਮਤਾਂ ਆਪੇ ਹੀ ਘਟ ਜਾਣਗੀਆਂ। ਕੇਰਲਾ ਨੇ ਐਲਾਨ ਕਰ ਦਿੱਤਾ ਕਿ ਅਸੀਂ ਇਸ ਕਦਮ ਦਾ ਤਿੱਖਾ ਵਿਰੋਧ ਕਰਾਂਗੇ। ਪੰਜਾਬ ਕਾਂਗਰਸ ਦਾ ਕਲੇਸ਼ ਨਹੀਂ ਰੁਕ ਰਿਹਾ। 40 ਵਿਧਾਇਕਾਂ ਨੇ ਹੁਣ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖ ਦਿੱਤੀ ਹੈ। ਵਿਧਾਇਕ ਦਲ ਦੀ ਮੀਟਿੰਗ ਫੌਰੀ ਸੱਦਣ ਦੀ ਮੰਗ ਕੀਤੀ ਹੈ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੀਟਿੰਗ ਕਰਕੇ ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਦੀ ਅਪੀਲ ਕੀਤੀ ਹੈ। ਯਾਨੀ ਕਿ ਹਰੀਸ਼ ਰਾਵਤ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਕਿ ਮੈਥੋਂ ਤਾਂ ਹੁਣ ਤੱਕ ਕੁਝ ਸੁਲਝਿਆ ਨਹੀਂ, ਹੁਣ ਤੁਸੀਂ ਕੁਝ ਕਰੋ। ਉਧਰ ਆਮਦਨ ਕਰ ਵਿਭਾਗ ਦੇ ਵੱਲੋਂ ਸੋਨੂ ਸੂਦ ਦੇ ਘਰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਸਰੇ ਦਿਨ ਵੀ ਸੋਨੂ ਸੂਦ ਦੇ ਟਿਕਾਣਿਆਂ ਤੇ ਦਿੱਲੀ, ਮੁੰਬਈ ਦੇ ਵਿੱਚ ਛਾਪੇਮਾਰੀ ਕੀਤੀ ਗਈ ਤੇ ਇਧਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਕਈਆਂ ਦੇ ਘਰ ਖੰਗਾਲੇ। ਚੰਡੀਗੜ੍ਹ, ਮੋਹਾਲੀ, ਜਲੰਧਰ, ਪੰਚਕੂਲਾ ਅਤੇ ਦਿੱਲੀ ਦੇ ਵਿੱਚ ਹਵਾਲਾ ਕਾਰੋਬਾਰੀਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ। ਹਵਾਲਾ ਕਾਰੋਬਾਰੀਆਂ ਖਿਲਾਫ ਕਾਰਵਾਈ ਦੌਰਾਨ 4 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਅਤੇ ਸੋਨਾ ਚਾਂਦੀ ਬਰਾਮਦ ਹੋਏ। ਇਹ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਪੌਲ ਮਰਚੈਂਟਸ ਲਿਮਟਿਡ, ਕੁਇਕ ਫੋਰੈਕਸ ਲਿਮਟਿਡ, ਸੁਪਮਾ ਫੋਰੈਕਸ ਪ੍ਰਾਈਵੇਟ ਲਿਮਟਿਡ ਅਤੇ ਕਿਊਰੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਅਤੇ ਸਹਿਯੋਗੀਆਂ ਦੇ ਟਿਕਾਣਿਆਂ ਤੇ ਕੀਤੀ ਗਈ। ਐਨਾ ਹੀ ਨਹੀਂ, ED ਦੇ ਵੱਲੋਂ ਇੱਕ ਸਮਾਜ ਸੇਵੀ ਹਰਸ਼ ਮੰਦਰ ਦੇ ਟਿਕਾਣਿਆਂ ਉੱਤੇ ਵੀ ਛਾਪੇਮਾਰੀ ਕੀਤੀ ਗਈ। NGOs ਦੇ ਵਿੱਤੀ ਅਤੇ ਬੈਂਕਿੰਗ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਹਾਲਾਂਕਿ ਜਿਹੜੇ ਸਮਾਜ ਸੇਵੀ ਹੈਗੇ ਨੇ ਉਹ ਆਪਣੀ ਪਤਨੀ ਦੇ ਨਾਲ ਜਰਮਨੀ ਗਏ ਹੋਏ ਨੇ, ਫੈਲੋਸ਼ਿਪ ਨਾਲ ਉੱਥੇ ਉਹਨਾਂ ਨੂੰ ਨਵਾਜਿਆ ਜਾਣਾ। ਕਾਂਗਰਸ ਨੇ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਦੇ ਨਾਲ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਰੋਨਾ ਸੰਬੰਧੀ ਤੱਥ ਛੁਪਾਏ ਨੇ ਤੇ ਕਰੋਨਾ ਨਾਲ ਜੁੜੇ ਤੱਥ ਛੁਪਾਉਣ ਤੇ ਪ੍ਰਧਾਨ ਮੰਤਰੀ ਮੋਦੀ, ਸਾਬਕਾ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਅਤੇ ICMR ਦੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਨਿਊਯਾਰਕ ਟਾਈਮਸ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਇਹ ਮੰਗ ਕੀਤੀ ਹੈ। ਜਲਾਲਾਬਾਦ ਦੇ ਵਿੱਚ ਜਿਹੜਾ 1-2 ਦਿਨ ਪਹਿਲਾਂ ਮੋਟਰਸਾਈਕਲ ਧਮਾਕਾ ਹੋਇਆ ਸੀ, ਉਸ ਦੇ ਵਿੱਚ ਜ਼ਖਮੀ ਹੋਣ ਵਾਲੇ ਦੀ ਮੌਤ ਹੋ ਗਈ ਹੈ। NIA ਟੀਮ ਹੈ ਜਿਹੜੀ ਉਹ ਘਟਨਾ ਸਥਾਨ ਤੇ ਜਾਂਚ ਕਰ ਰਹੀ ਹੈ। ਚਮਕੌਰ ਸਾਹਿਬ ਦੇ ਪਿੰਡ ਮਾਲੇਵਾਲ ਦੇ ਵਿੱਚ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਅਣਖ ਖਾਤਰ ਕਤਲ ਕਰ ਦਿੱਤਾ ਗਿਆ। ਲੁਧਿਆਣੇ ਵਿੱਚ ਬਿਜਲੀ ਬੋਰਡ ਦੀ ਇੱਕ ਹੋਰ ਵੱਡੀ ਗਲਤੀ ਸਾਹਮਣੇ ਆਈ ਹੈ, ਜਿੱਥੇ ਸਾਬਕਾ ਕਰਨਲ ਦਰਸ਼ਨ ਸਿੰਘ ਦੇ 2 ਜੀਆਂ ਦੇ ਟੱਬਰ ਦਾ ਪਾਵਰਕਾਮ ਨੇ 9,32,000 ਰੁਪਏ ਬਿਜਲੀ ਬਿੱਲ ਭੇਜਿਆ ਤੇ ਜਦੋਂ ਦਾ ਬਿਜਲੀ ਦਾ ਬਿੱਲ ਮਿਲਿਆ ਹੈ ਪਰਿਵਾਰ ਪਰੇਸ਼ਾਨ ਹੈ। ਤੇ ਅੱਜ ਜਿਹੜੀ ਪੰਜਾਬ ਸਰਕਾਰ ਦੀ ਕੈਬਨਿਟ ਬੈਠਕ ਹੋਣੀ ਹੈ ਉਹਦੇ ਵਿੱਚ ਕਹਿੰਦੇ ਇੱਕ ਮੰਤਰੀ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਏਗੀ। ਮੰਤਰੀ ਦਾ ਨਾਮ ਹੈ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ। ਉਹਨਾਂ ਦਾ ਜਵਾਈ ਹੈ ਕਰੋੜਪਤੀ ਹੈ। ਤਰਸ ਦੇ ਆਧਾਰ ਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਤੇ ਅੱਜ ਇਸ ਸਰਕਾਰੀ ਰੁਜ਼ਗਾਰ ਨੂੰ ਪ੍ਰਵਾਨਗੀ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਮਾਲ ਮੰਤਰੀ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਤੇ ਕਰ ਅਫਸਰ ਜਾਂ ਫਿਰ ਆਬਕਾਰੀ ਇੰਸਪੈਕਟਰ ਲਾਏ ਜਾਣ ਦੇ ਚਰਚੇ ਹੋ ਰਹੇ ਨੇ। ਮੌਸਮ ਦਾ ਹਾਲ ਵੀ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਖੁਸ਼ਗਵਾਰ ਬਣਿਆ ਹੋਇਆ ਹੈ। ਲੰਘੀ ਸ਼ਾਮ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਸਮੇਤ ਚੰਡੀਗੜ੍ਹ ਦੇ ਵਿੱਚ ਵੀ ਵਾਹਵਾ ਮੀਂਹ ਪਿਆ ਹੈ। ਮੌਸਮ ਵਿਭਾਗ ਦੇ ਮੁਤਾਬਿਕ 16 ਸਤੰਬਰ ਤੋਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਸੀ ਤੇ ਅੱਜ ਵੀ ਮੌਸਮ ਠੰਡਾ ਹੀ ਦਿਖਾਈ ਦੇ ਰਿਹਾ ਹੈ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਯੂਪੀ ਦੇ ਵਿੱਚ ਮੀਂਹ ਦਾ ਕਾਫੀ ਕਹਿਰ ਹੈ। ਮੋਹਲੇਧਾਰ ਮੀਂਹ ਦੇ ਕਾਰਨ ਯੂਪੀ ਦੇ ਵਿੱਚ 12 ਮੌਤਾਂ ਹੋ ਗਈਆਂ ਨੇ। ਲਖਨਊ ਦੇ ਵਿੱਚ ਸੜਕਾਂ ਤੇ ਕਈ ਫੁੱਟ ਪਾਣੀ ਖੜ ਗਿਆ ਸੀ ਅਤੇ ਵਾਹਨ ਅਤੇ ਲੋਕ ਨੇ ਜਿਹੜੇ ਉਹ ਇਸ ਪਾਣੀ ਦੇ ਵਿੱਚ ਡੁੱਬਦੇ ਦੇਖੇ ਗਏ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਮੌਸਮ ਵਿਭਾਗ ਦੇ ਕਹਿਣ ਦੇ ਮੁਤਾਬਿਕ 16 ਸਤੰਬਰ ਨੂੰ ਮੀਂਹ ਪਿਆ ਹੈ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਹੈ ਜਿਹੜਾ ਉਹ ਦੇਖਿਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਦੇ ਵਿੱਚ ਸ਼ਾਮ ਨੂੰ 5:30-6 ਵਜੇ ਦੇ ਕਰੀਬ ਮੌਸਮ ਇੱਕਦਮ ਬਦਲ ਗਿਆ
ਧੁੱਪ ਤੋਂ ਇੱਕਦਮ ਬਦਲਵਾਈ ਹੋ ਗਈ ਤੇ ਪੂਰਾ ਦਿਨ ਕਾਫੀ ਤਿੱਖੀ ਜਿਹੜੀ ਗਰਮੀ ਹੈ ਉਸ ਦੇ ਨਾਲ ਲੋਕਾਂ ਨੂੰ ਜੂਝਣਾ ਪਿਆ। ਪਰ ਸ਼ਾਮ ਨੂੰ ਵਾਤਾਵਰਣ ਬਹੁਤ ਹੀ ਖੁਸ਼ਗਵਾਰ ਹੋ ਗਿਆ। ਹਵਾ ਚੱਲਣ ਤੋਂ ਬਾਅਦ ਮੀਂਹ ਨੇ ਜਿਹੜਾ ਮਾਹੌਲ ਨੂੰ ਬਹੁਤ ਹੀ ਚੰਗਾ ਬਣਾ ਦਿੱਤਾ। ਦਿੱਲੀ ਦੇ ਵਿੱਚ ਬਾਰਡਰਾਂ ਦੇ ਉੱਤੇ ਵੀ ਮੀਂਹ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਸੋ ਮੌਸਮ ਵਿਭਾਗ ਨੇ ਇਹ ਪੇਸ਼ੀਨਗੋਈ ਕੀਤੀ ਸੀ ਕਿ 16 ਸਤੰਬਰ ਤੋਂ ਫਿਰ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ, ਉੱਤਰ ਭਾਰਤ ਦੇ ਕੁਝ ਸੂਬਿਆਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਪੰਜਾਬ ਤੇ ਦਿੱਲੀ ਵੀ ਸ਼ਾਮਲ ਨੇ। ਦੂਸਰੀ ਵੱਡੀ ਖਬਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬੇਅਦਬੀ ਦੀ ਜੋ ਵੱਡੀ ਘਟਨਾ ਵਾਪਰੀ ਹੈ ਉਸ ਦੇ ਨਾਲ ਜੁੜੀ ਹੋਈ ਹੈ। ਇਸ ਮਸਲੇ ਦੇ ਵਿੱਚ ਦੋਸ਼ੀ ਦੇ ਖਿਲਾਫ ਹੁਣ 295 ਏ ਧਾਰਾ ਦੇ ਨਾਲ ਹੋਰ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਨੇ। ਸਭ ਤੋਂ ਵੱਡੀ ਧਾਰਾ ਯੂਆਪਾ ਦੀ ਹੈ, UAPA ਲਾ ਦਿੱਤਾ ਗਿਆ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਕ ਦਿਨ ਪਹਿਲਾਂ ਇਸ ਦੀ ਮੰਗ ਕੀਤੀ ਸੀ ਤੇ ਸਿੱਖ ਜਥੇਬੰਦੀਆਂ ਵੀ ਉੱਥੇ ਲਗਾਤਾਰ ਬੈਠੀਆਂ ਹੋਈਆਂ ਨੇ। ਤਖਤ ਸਾਹਿਬ ਦੇ ਬਾਹਰ ਪਰਿਸਰ ਦੇ ਵਿੱਚ ਦੂਰੋਂ ਆ ਕੇ ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਨੇ ਧਰਨਾ ਲਾਇਆ ਹੋਇਆ। ਮੰਗ ਕੀਤੀ ਜਾ ਰਹੀ ਸੀ ਕਿ ਸਖਤ ਕਾਰਵਾਈ ਕੀਤੀ ਜਾਵੇ। ਆਖਿਰਕਾਰ ਪੁਲਿਸ ਨੇ ਹੋਰ ਧਾਰਾਵਾਂ ਜੋੜ ਦਿੱਤੀਆਂ ਨੇ ਤੇ ਇਸ ਦੀ ਪੁਸ਼ਟੀ ਹੈ ਪੁਲਿਸ ਅਧਿਕਾਰੀਆਂ ਨੇ ਵੀ ਕੀਤੀ ਹੈ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਕੀਤੀ ਹੈ। UAPA ਦੇ ਨਾਲ 153, 153A, 436 ਅਤੇ 511 ਜਿਹੜੀਆਂ IPC ਧਾਰਾਵਾਂ ਲਾਈਆਂ ਗਈਆਂ ਨੇ ਤੇ ਦੋਸ਼ੀ ਦਾ ਪੁਲਿਸ ਰਿਮਾਂਡ 21 ਸਤੰਬਰ ਤੱਕ ਵਧਾ ਦਿੱਤਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ। ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੇਰਾ ਸਿਰਸਾ ਨੂੰ ਬੈਨ ਕੀਤਾ ਜਾਵੇ ਕਿਉਂਕਿ ਸਿੱਧਾ ਕਨੈਕਸ਼ਨ ਬੇਅਦਬੀ ਦਾ ਡੇਰਾ ਸਿਰਸਾ ਦੇ ਨਾਲ ਜੁੜਦਾ ਹੈ। ਜਿਹੜਾ ਦੋਸ਼ੀ ਹੈ ਲੁਧਿਆਣੇ ਦਾ ਰਹਿਣ ਵਾਲਾ ਜਿਹੜਾ ਨੌਜਵਾਨ ਦੋਸ਼ੀ ਹੈ, ਡੇਰਾ ਪ੍ਰੇਮੀ ਹੈ, ਉਸ ਦਾ ਪਿਓ ਡੇਰੇ ਦੀ ਕਮੇਟੀ ਦਾ ਮੈਂਬਰ ਹੈ। ਉਸ ਦੀ ਘਰਵਾਲੀ ਤੇ ਉਸ ਦਾ ਵਿਆਹ ਹੈ ਜਿਹੜਾ ਉਹ ਡੇਰੇ ਦੇ ਵਿੱਚ ਹੀ ਕਰਵਾਇਆ ਗਿਆ ਸੀ। ਸਾਫ਼ ਤੌਰ ਤੇ ਸਿੱਧ ਹੁੰਦਾ ਕਿ ਡੇਰਾ ਸਿਰਸਾ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ। ਇਸ ਕਰਕੇ ਇਹ ਡੇਰਾ ਹੈਗਾ ਜਿਹੜਾ ਬੈਨ ਹੋਣਾ ਚਾਹੀਦਾ ਕਿਉਂਕਿ ਇੱਥੇ ਬਹੁਤ ਹੀ ਗਲਤ ਜਿਹੜੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ। ਦੂਸਰਾ ਐਸਜੀਪੀਸੀ ਨੂੰ ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੁਰੱਖਿਆ ਵਧਾਉਣ ਦੇ ਹੁਕਮ ਵੀ ਦਿੱਤੇ ਨੇ। ਨਾਲ ਹੀ ਇਹ ਵੀ ਕਿਹਾ ਕਿ ਇਸ ਮਸਲੇ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸੁਲਝਾਇਆ ਜਾ ਰਿਹਾ ਹੈ ਤੇ ਇਸ ਬੇਅਦਬੀ ਦੀ ਅਸੀਂ ਘੋਰ ਬੇਅਦਬੀ ਦੀ ਜਿਹੜੀ ਸਖਤ ਨਿੰਦਿਆ ਕਰਦੇ ਹਾਂ। ਜਥੇਦਾਰ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਏਜੰਸੀਆਂ ਸ਼ੁਰੂ ਤੋਂ ਹੀ ਸਿੱਖ ਕੌਮ ਨੂੰ ਟਾਰਗੇਟ ਕਰਦੀਆਂ ਆ ਰਹੀਆਂ ਨੇ ਅਤੇ 47 ਤੋਂ ਬਾਅਦ ਸਿੱਖ ਕੌਮ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। 84 ਤੋਂ ਬਾਅਦ ਤਾਂ ਹੋਰ ਟਾਰਗੇਟ ਕੀਤਾ ਜਾਣ ਲੱਗਿਆ ਤੇ ਹਮੇਸ਼ਾ ਹੀ ਘੱਟ ਗਿਣਤੀ ਜਾਣ ਕੇ ਸਾਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ। ਜਥੇਦਾਰ ਨੇ ਵੀ ਤਾੜਨਾ ਕੀਤੀ ਹੈ ਕਿ ਇੱਕ ਪਿੰਡ ਦੇ ਵਿੱਚ 6 ਗੁਰਦੁਆਰੇ ਨੇ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਇੱਕ ਪਿੰਡ ਇੱਕ ਗੁਰੂ ਘਰ ਵਾਲੀ ਜਿਹੜੀ ਮੁਹਿੰਮ ਹੈ ਉਸ ਦਾ ਸਾਰੇ ਜਾਣੇ ਸਾਥ ਦਿਓ। ਇੱਕ ਗੁਰੂ ਘਰ ਦੀ ਚੰਗੇ ਤਰੀਕੇ ਦੇ ਨਾਲ ਰਾਖੀ ਕਰੋ, ਚੰਗੇ ਤਰੀਕੇ ਦੇ ਨਾਲ ਸੁਰੱਖਿਆ ਕਰੋ ਤੇ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਠੱਲ ਪੈ ਸਕੇਗੀ। ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਵੀ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ, ਸ਼ੱਕ ਹੈ ਸਾਨੂੰ। ਤੇ ਦੂਸਰਾ ਜਿਹੜਾ ਹੈਗਾ ਕਿ ਏਜੰਸੀਆਂ ਸ਼ੁਰੂ ਤੋਂ ਹੀ ਸਾਨੂੰ ਟਾਰਗੇਟ ਕਰਦੀਆਂ ਆਈਆਂ ਨੇ, ਟਾਰਗੇਟ ਕਰ ਰਹੀਆਂ ਨੇ। 47 ਤੋਂ ਬਾਅਦ ਸਾਨੂੰ ਟਾਰਗੇਟ ਕੀਤਾ ਜਾਣ ਲੱਗਿਆ। 84 ਤੋਂ ਬਾਅਦ ਥੋੜਾ ਜਿਹਾ ਸਾਨੂੰ ਟਾਰਗੇਟ ਜਿਹੜਾ ਜ਼ਿਆਦਾ ਕੀਤਾ ਜਾਣ ਲੱਗ ਪਿਆ। ਤਾਂ ਹਮੇਸ਼ਾ ਹੀ ਜਿਹੜਾ ਘੱਟ ਗਿਣਤੀ ਹੋਣ ਕਾਰਨ ਸਾਨੂੰ ਜਿਹੜਾ ਟਾਰਗੇਟ ਕੀਤਾ। ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਹਾਂਗੇ, ਪਿੰਡ ਦੀ ਪੰਚਾਇਤ ਨੂੰ ਵੀ ਅਸੀਂ ਕਹਾਂਗੇ ਕਿ ਆਪਦੇ ਗੁਰਦੁਆਰਾ ਸਾਹਿਬ ਤੁਸੀਂ ਬਣਾਏ ਨੇ। ਪਹਿਲਾਂ ਤਾਂ ਅਸੀਂ 5-5, 6-6 ਗੁਰਦੁਆਰੇ ਬਣਾਏ ਨੇ, ਪ੍ਰਬੰਧ ਸਾਡੇ ਤੋਂ ਹੁੰਦਾ ਨਹੀਂ ਹੈ। ਤਾਂ ਜਿਹੜੇ ਪਿੰਡ ਦੇ ਗੁਰਦੁਆਰੇ ਤੋਂ ਪ੍ਰਬੰਧ ਨਹੀਂ ਹੁੰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੱਛੇ ਜੇ ਇੱਕ ਲਹਿਰ ਵੀ ਚਲਾਈ ਸੀ, ਇੱਕ ਪਿੰਡ ਇੱਕ ਗੁਰਦੁਆਰਾ, ਤੇ ਇੱਕ ਗੁਰਦੁਆਰਾ ਕੀਤਾ ਜਾ ਸਕਦਾ ਹੈ ਤਾਂ ਕਿ ਦਰੁਸਤ ਪ੍ਰਬੰਧ ਉੱਤੇ ਹੋ ਸਕੇ। ਦਰਅਸਲ 13 ਸਤੰਬਰ ਸੋਮਵਾਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਦੇ ਅੰਦਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾ ਰਹੇ ਸੀ ਉਸ ਵਕਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਮੰਦ ਭਾਵਨਾ ਵਾਲੇ ਵਿਅਕਤੀ ਦੇ ਵੱਲੋਂ ਦਰਬਾਰ ਸਾਹਿਬ ਦੇ ਅੰਦਰ ਸਿਗਰਟ ਦਾ ਧੂੰਆਂ ਛੱਡਿਆ ਗਿਆ ਅਤੇ ਰਾਗੀ ਸਿੰਘਾਂ ਦੇ ਪਿੱਛੇ ਬੀੜੀ ਪੀ ਕੇ ਸੁੱਟੀ ਗਈ ਤੇ ਇਸ ਘਟਨਾ ਦੇ ਵਾਪਰਨ ਮੌਕੇ ਗ੍ਰੰਥੀ ਸਾਹਿਬਾਨ, ਸੇਵਾਦਾਰ ਤੇ ਕੀਰਤਨੀਏ ਸਿੰਘ ਨੇ ਜਿਹੜੇ ਉਹ ਹਾਜ਼ਰ ਸੀਗੇ। ਇਸ ਘਟਨਾ ਨੂੰ ਲੈ ਕੇ ਮਸਲਾ ਕਾਫੀ ਗੰਭੀਰ ਹੁੰਦਾ ਜਾ ਰਿਹਾ ਹੈ, ਗਰਮ ਹੁੰਦਾ ਜਾ ਰਿਹਾ ਹੈ। ਨੌਜਵਾਨਾਂ ਦੇ ਵਿੱਚ ਵੀ ਜੋਸ਼ ਹੈ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਹੋਏ ਨੇ। ਦਬਾਅ ਪਾਇਆ ਜਾ ਰਿਹਾ ਹੈ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਜ਼ਿੰਮੇਦਾਰ ਮੰਨਦਿਆਂ ਹੋਇਆਂ ਗਿਆਨੀ ਰਘਬੀਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਸ਼ੁੱਕਰਵਾਰ ਤੋਂ ਇੱਥੇ ਪੱਕਾ ਧਰਨਾ ਲਾਉਣ ਦਾ ਵੀ ਇਹਨਾਂ ਨੌਜਵਾਨਾਂ ਨੇ ਐਲਾਨ ਕਰ ਦਿੱਤਾ ਹੈ। ਵੱਖ-ਵੱਖ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ। ਜਥੇਦਾਰ ਨੇ ਅਸਤੀਫੇ ਦੀ ਮੰਗ ਤੇ ਪ੍ਰਤੀਕਰਮ ਦਿੱਤਾ ਹੈ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਜੇ ਮੇਰੇ ਅਸਤੀਫਾ ਦੇਣ ਦੇ ਨਾਲ ਮਸਲਾ ਹੱਲ ਹੁੰਦਾ ਹੈ, ਜੇ ਮੇਰਾ ਅਸਤੀਫਾ ਦੇਣ ਦੇ ਨਾਲ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਰੁਕ ਜਾਂਦੀਆਂ ਨੇ ਤਾਂ ਮੈਨੂੰ ਅਸਤੀਫਾ ਦੇਣ ਦੇ ਵਿੱਚ ਕੋਈ ਵੀ ਹਿਚਕਿਚਾਹਟ ਨਹੀਂ ਹੈ।
ਕਿਉਂਕਿ ਮੇਰੇ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਮਰਿਆਦਾ ਹੈ, ਉਹਨਾਂ ਦੀ ਸੁਰੱਖਿਆ ਹੈ, ਉਹ ਸਭ ਤੋਂ ਵੱਧ ਅਹਿਮ ਹੈ। ਤੇ ਬੇਅਦਬੀ ਦਾ ਰੋਸ ਹੈ ਜਿਹੜਾ ਉਹ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਵਿੱਚ ਵੀ ਹੈ। ਸਿੰਘੂ ਬਾਰਡਰ ਉੱਤੇ ਬਾਦਲ ਪਰਿਵਾਰ ਦੇ ਜਿਹੜੇ ਪੁਤਲੇ ਨੇ ਉਹ ਫੂਕੇ ਗਏ ਨੇ। ਪ੍ਰਕਾਸ਼ ਸਿੰਘ ਬਾਦਲ ਦੇ SGPC ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰਾਂ ਦੇ ਪੁਤਲੇ ਫੂਕੇ ਗਏ ਨੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਬੇਅਦਬੀ ਦੇ ਉੱਤੇ ਬਾਦਲਾਂ ਦਾ ਇੱਕ ਵੀ ਬਿਆਨ ਕਿਉਂ ਨਹੀਂ ਆਇਆ। ਕਿਸਾਨਾਂ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਾਂ ਸਿੱਖੀ ਦਾ ਬੂਟਾ ਲੱਗਿਆ ਹੈ। ਰਘੁਬੀਰ ਸਿੰਘ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ, ਕਹਿੰਦੇ ਉਹਨਾਂ ਦੀ ਨਲਾਇਕੀ ਦੇ ਕਾਰਨ ਇਹ ਕਾਂਡ ਵਾਪਰਿਆ ਹੈ। ਤੰਬਾਕੂ ਵੱਲ ਤਾਂ ਕਹਿੰਦੇ ਗੁਰੂਆਂ ਦੇ ਘੋੜੇ ਵੀ ਨਹੀਂ ਸੀ ਗਏ, ਪਰ ਟਾਸਕ ਫੋਰਸ ਹੈ ਜਿਹੜੀ SGPC ਦੀ ਟਾਸਕ ਫੋਰਸ ਹੈ, ਜਿਹੜੀ ਆਪਣੇ ਸਿੱਖਾਂ ਦੇ ਉੱਤੇ ਤਾਂ ਡਾਂਗਾ ਲੈ ਕੇ ਪੈ ਜਾਂਦੀ ਹੁੰਦੀ ਹੈ, ਪਰ ਬੇਅਦਬੀ ਦੇ ਮੌਕੇ ਟਾਸਕ ਫੋਰਸ ਕਿੱਥੇ ਸੁੱਤੀ ਪਈ? ਕਿਉਂ ਇਸ ਟਾਸਕ ਫੋਰਸ ਨੂੰ ਪੂਰਾ ਦਿਨ ਰਾਤ ਐਕਟਿਵ ਉੱਥੇ ਰੱਖਿਆ ਜਾਂਦਾ? ਤੇ ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਇਹਨਾਂ ਦੇ ਪੁਤਲੇ ਸਾੜ ਕੇ ਜਥੇਦਾਰ ਰਘਬੀਰ ਸਿੰਘ ਅਤੇ ਬੀਬੀ ਜਗੀਰ ਕੌਰ ਦੇ ਅਸਤੀਫਿਆਂ ਦੀ ਮੰਗ ਕੀਤੀ ਹੈ। ਪ੍ਰਕਾਸ਼ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ, ਸੁਖਬੀਰ ਸਿੰਘ ਬਾਦਲ ਨੇ ਆਖਿਰਕਾਰ ਬੇਅਦਬੀ ਦੇ ਇੰਨੇ ਵੱਡੇ ਮਸਲੇ ਦੇ ਉੱਤੇ ਮੂੰਹ ਕਿਉਂ ਨਹੀਂ ਖੋਲਿਆ? ਸੋ ਜਿਹੜਾ ਇਹ ਪੁਤਲਾ ਫੂਕਿਆ ਗਿਆ, ਰਾਵਣ ਰੂਪੀ ਪੁਤਲਾ ਫੂਕਿਆ ਗਿਆ ਹੈ। ਪੁਤਲੇ ਦੇ ਉੱਤੇ ਪ੍ਰੇਮ ਸਿੰਘ ਚੰਦੂ ਮਾਜਰਾ, ਆਤਮਾ ਸਿੰਘ ਲੁਬਾਣਾ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਸੀ। ਯਾਨੀ ਕਿ ਰਾਵਣ ਦਾ ਪੁਤਲਾ ਬਣਾ ਕੇ, ਰਾਵਣ ਵਾਂਗੂ 10 ਸਿਰਾਂ ਵਾਲਾ ਪੁਤਲਾ ਬਣਾ ਕੇ ਕਿਸਾਨਾਂ ਨੇ ਇਸ ਨੂੰ ਫੂਕਿਆ ਹੈ ਅਤੇ ਬੇਅਦਬੀ ਦੇ ਰੋਸ ਵਿੱਚ ਆਪਣੀ ਭੜਾਸ ਕੱਢੀ ਹੈ। ਇਹਨਾਂ ਸਾਰੇ ਪੋਲੀਟੀਕਲ ਬੰਦਿਆਂ ਦਾ ਜਿਹੜਾ ਇੱਕ ਵੱਡਾ ਜਿਹੜਾ ਪੁਤਲਾ ਬਣਾ ਕੇ ਫੂਕ ਰਹੇ ਆ ਕਿ ਇਹ ਦੇਸ਼ ਦੁਨੀਆ ਦੇ ਲੋਕ ਵੇਖ ਲੈਣ ਕਿ ਕਿਵੇਂ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਇਹ ਜਿਹੜੀਆਂ ਵਾ ਕਾਰਪੋਰੇਟ ਦੀਆਂ RSS ਦੀਆਂ ਕਠਪੁਤਲੀ ਬਣੀਆਂ ਪਈਆਂ ਵਾ। ਸੋ ਇਹਨਾਂ ਤੋਂ ਲੋਕਾਂ ਨੂੰ ਨਿਜਾਤ ਜਿਹੜੀ ਦਿਵਾਉਣ ਵਾਸਤੇ ਲੋਕ ਜਿਹੜੇ ਇੱਕ ਮੰਚ ਦੇ ਉੱਤੇ ਇਕੱਠਾ ਹੋ ਰਹੇ ਆ, ਉਹ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਇਕਜੁੱਟ ਹੋ ਕੇ ਇਹਨਾਂ ਲੋਕਾਂ ਦਾ ਵਿਰੋਧ ਕਰਕੇ ਇਹਨਾਂ ਨੂੰ ਸੱਤਾ ਤੋਂ ਵੀ ਤੇ ਇਹਨਾਂ ਨੂੰ ਗੁਰਦੁਆਰੇ ਜਿਹੜੇ ਪ੍ਰਬੰਧ ਚਲਾਉਂਦੇ ਆ ਉਹਨਾਂ ਤੋਂ ਵੀ ਪਾਸੇ ਕੀਤਾ ਜਾਵੇ। ਨਹੀਂ ਤੇ ਸਾਡੇ ਧਰਮ ਦਾ ਬਚਾਅ ਕੋਈ ਨਹੀਂ ਜਿੰਨਾ ਚਿਰ ਤੱਕ ਇਹ ਧਰਮ ਦੇ ਉੱਤੇ ਕਾਬਜ ਰਹੇ। ਇਹਨਾਂ ਤੋਂ ਧਰਮ ਨੂੰ ਬਚਾਉਣ ਵਾਸਤੇ, ਕਿਸਾਨੀ ਨੂੰ ਬਚਾਉਣ ਵਾਸਤੇ ਸਾਨੂੰ ਇੱਕ ਪਲੇਟਫਾਰਮ ਤਿਆਰ ਕਰਨਾ ਪਊਗਾ। ਇਹ ਲੋਕਾਂ ਨੂੰ ਅਪੀਲ ਆ ਕਿ ਲੋਕ ਜਿੰਨਾ ਵੀ ਜਲਦੀ ਹੋ ਸਕਦੇ ਆ ਸੋ ਉਹ ਇੱਕ ਪਲੇਟਫਾਰਮ ਦੇ ਕਰਕੇ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਬੇਅਦਬੀ ਦੀ ਘਟਨਾ ਦੇ ਵਿੱਚ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਜੇਕਰ ਬਰਗਾੜੀ ਕਾਂਡ ਦੇ ਮੁਲਜ਼ਮਾਂ ਨੂੰ ਹੁਣ ਤੱਕ ਸਖਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਅਜਿਹੀਆਂ ਹਰਕਤਾਂ ਮੁੜ ਤੋਂ ਕਰਨ ਦੀ ਕਿਸੇ ਦੀ ਹਿੰਮਤ ਪੈਦਾ ਨਹੀਂ ਹੋਣੀ ਸੀ। ਉਹਨਾਂ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਾਰੇ ਦੋਸ਼ ਬਿਲਕੁਲ ਗਲਤ ਨੇ, ਨਿਰਮੂਲ ਨੇ। ਜਥੇਦਾਰ ਨੇ ਦਾਅਵਾ ਕੀਤਾ ਕਿ ਇੰਗਲੈਂਡ ਫੇਰੀ ਦੌਰਾਨ ਕਰੋਨਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਗਈ ਸੀ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇੱਕ ਚਿੱਠੀ ਦੇ ਮੁਤਾਬਿਕ ਜਥੇਦਾਰ ਸਾਹਿਬ ਦੇ ਖਿਲਾਫ ਕਰੋਨਾ ਪ੍ਰੋਟੋਕਾਲ ਤੋੜ ਕੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੀ ਗੱਲ ਹੈ ਜਿਹੜੀ ਉਹ ਫੈਲਾਈ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ 12 ਸਤੰਬਰ ਨੂੰ ਸਾਰਾਗੜੀ ਦੀ ਲੜਾਈ ਵਿੱਚ ਸਿੱਖ ਫੌਜੀਆਂ ਦੀ ਅਗਵਾਈ ਕਰਨ ਵਾਲੇ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਦੇ ਲਈ ਬਰਤਾਨੀਆ ਪਹੁੰਚੇ ਸੀ। ਇੰਗਲੈਂਡ ਦੇ ਵੋਲਵਰਹੈਂਪਟਨ ਦੇ ਵਿੱਚ ਇਹ ਉਦਘਾਟਨ ਕੀਤਾ ਗਿਆ ਸੀ। ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਹੋਰ ਵੀ ਕਈ ਅਹਿਮ ਸ਼ਖਸੀਅਤਾਂ ਸ਼ਾਮਿਲ ਸਨ। ਸਮਾਗਮ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਚਿੱਠੀ ਵਾਇਰਲ ਹੋਈ। ਚਿੱਠੀ ਵਿੱਚ ਦਾਅਵਾ ਕੀਤਾ ਗਿਆ ਕਿ ਵੋਲਵਰਹੈਂਪਟਨ ਦੀ ਵੈਂਟਸਫੀਲਡ ਗੁਰਦੁਆਰਾ ਕਮੇਟੀ ਨੂੰ ਉੱਥੋਂ ਦੇ ਸਿਹਤ ਵਿਭਾਗ ਨੇ ਨੋਟਿਸ ਜਾਰੀ ਕੀਤਾ ਤੇ 10,000 ਪਾਉਂਡ ਦਾ ਜੁਰਮਾਨਾ ਲਾਉਣ ਦੀ ਗੱਲ ਵੀ ਕਹੀ ਗਈ। ਉਸ ਤੋਂ ਬਾਅਦ ਵੋਲਵਰਹੈਂਪਟਨ ਦੇ ਕਾਉਂਸਲਰ ਭੁਪਿੰਦਰ ਗਾਖਲ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ। ਜਥੇਦਾਰ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ, ਬਾਕਾਇਦਾ ਉਹਨਾਂ ਦਾ ਟੈਸਟ ਹੋਇਆ ਸੀ ਅਤੇ ਉਹਨਾਂ ਦੀ ਵੈਕਸੀਨ ਡੋਜ਼ ਵੀ ਮੁਕੰਮਲ ਸੀ। ਯੂਕੇ ਦੇ ਵੈਂਸਫੀਲਡ ਵੋਲਵਰਹੈਂਪਟਨ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਢਾਡੀ ਪ੍ਰਬੰਧਕ ਪਰਮਜੀਤ ਸਿੰਘ ਨੇ ਕਿਹਾ ਕਿ ਬੁੱਤ ਲਾਉਣ ਦੇ ਵਿੱਚ ਵਿਘਨ ਪਾਉਣ ਵਾਲੇ ਕੁਝ ਸ਼ਰਾਰਤੀ ਲੋਕਾਂ ਨੇ ਹੀ ਇਹ ਨਵਾਂ ਕਾਰਾ ਕੀਤਾ। ਬੋਗਸ ਚਿੱਠੀ ਕੱਢ ਕੇ ਗੁਰਦੁਆਰਾ ਸਾਹਿਬ ਨੂੰ 10,000 ਪਾਉਂਡ ਦਾ ਜੁਰਮਾਨਾ ਲਾਏ ਜਾਣ ਦੀ ਗੱਲ ਫੈਲਾਈ ਤੇ ਜਥੇਦਾਰ ਸਾਹਿਬ ਨੂੰ ਡੀਫੇਮ ਕਰਨ ਦੀ ਗੱਲ ਫੈਲਾਈ। ਜਦੋਂ ਅਸੀਂ ਇਨਕੁਆਇਰੀ ਕੀਤੀ, ਚਿੱਠੀ ਜਾਲੀ ਨਿਕਲੀ ਕਿਉਂਕਿ ਕੰਪਨੀ ਦੇ ਨਾਲ ਜਦੋਂ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਚਿੱਠੀ ਕੱਢੀ ਹੀ ਨਹੀਂ। 14 ਤਰੀਕ ਨੂੰ ਚਿੱਠੀ ਕੱਢ ਕੇ 14 ਨੂੰ ਹੀ ਵਾਇਰਲ ਕੀਤਾ ਗਿਆ। ਇਸ ਤੋਂ ਸਾਬਿਤ ਹੁੰਦਾ ਹੈ ਕਿ ਚਿੱਠੀ ਝੂਠੀ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਮੂਰਖਤਾ ਦੇ ਵਿੱਚ ਚਿੱਠੀ ਕੱਢੀ ਹੈ ਗੁਰਦੁਆਰਾ ਸਾਹਿਬ ਆ ਕੇ ਮਾਫੀ ਮੰਗ ਲੈਣ, ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਇੱਕ ਬੋਗਸ ਚਿੱਠੀ ਕੱਢ ਦਿੱਤੀ ਕਿ ਗੁਰਦੁਆਰੇ ਨੂੰ 10,000 ਪਾਉਂਡ ਫਾਈਨ ਹੋਇਆ। ਜਦੋਂ ਅਸੀਂ ਉਹਦੀ ਇਨਕੁਆਇਰੀ ਕੀਤੀ ਤੇ ਉਹਦੇ ਵਿੱਚ ਉਹ ਵੀ ਚਿੱਠੀ ਜਾਰੀ ਨਿਕਲੀ। ਉਹ ਕੰਪਨੀ ਜਿਹੜੀ ਹੈਗੀ ਆ ARCO, ਉਹਨਾਂ ਨਾਲ ਜਦ ਸੰਪਰਕ ਕੀਤਾ ਉਹਨੇ ਕਿਹਾ ਅਸੀਂ ਤਾਂ ਕੋਈ ਚਿੱਠੀ ਕੱਢੀ ਹੀ ਨਹੀਂ। ਤੇ ਉਹ 14 ਤਰੀਕ ਨੂੰ ਕੱਢ ਰਹੇ ਆ ਤੇ 14 ਨੂੰ ਵੀ ਵਾਇਰਲ ਹੁੰਦੀ, ਸਾਡੇ ਕੋਲ ਚਿੱਠੀ ਹੀ ਨਹੀਂ ਆਈ। ਉੱਥੋਂ ਹੀ ਸਿੱਧ ਹੋ ਜਾਂਦਾ ਵੀ ਚਿੱਠੀ ਜਿਹੜੀ ਆ ਇਹ ਝੂਠੀ ਹੈ। ਪਰ ਅਸੀਂ ਉਹ ਚਿੱਠੀ ਦਾ ਸਾਰੀ ਪੂਰੀ ਇਨਕੁਆਇਰੀ ਕਰ ਰਹੇ ਆ
ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਵੀ ਜਿਨ੍ਹਾਂ ਨੇ ਕਿਸੇ ਦੇ ਚੱਕੇ ਚਕਾਏ ਜਾਂ ਮੂਰਖਤਾਈ ਦੇ ਵਿੱਚ ਆਣ ਕੇ ਉਹ ਚਿੱਠੀ ਕੱਢੀ ਆ, ਉਹ ਆਣ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਣ ਕੇ ਮਾਫੀ ਮੰਗ ਲੈਣ, ਨਹੀਂ ਤਾਂ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੇ ਐਨ ਤਰੀਕੇ ਨਾਲ ਹੋਊਗੀ। ਤਾਂ ਫੇਰ ਨਾ ਰੋਣ ਕੇ ਤੁਸੀਂ ਕੇਸ ਵਾਪਸ ਲੈ ਲਓ, ਅਸੀਂ ਮਾਫੀ ਮੰਗਦੇ, ਫੇਰ ਮਾਫੀ ਨਹੀਂ ਦੇਣੀ। ਸੰਗਤ ਦਾ ਗੁਰਦੁਆਰਾ ਤੇ ਸੰਗਤ ਦੀ ਮਾਇਆ ਦੇ ਵਿੱਚ ਫਰਾਡ ਕਰਨ ਵਾਲੇ ਜਿਹੜੇ ਇਹੋ ਜਿਹੇ ਲੋਕ ਆ, ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਗਲਤੀ ਕਰ ਲਈ, ਗੁਰੂ ਬਖਸ਼ਣਹਾਰ ਹੈ, ਆਣ ਕੇ ਮਹਾਰਾਜ ਦੇ ਸਨਮੁਖ ਆਣ ਕੇ ਇੱਥੇ ਮਾਫੀ ਮੰਗ ਜਾਓ ਤੇ ਚੰਗੇ ਰਹੋਗੇ, ਇਹਦੇ ਵਿੱਚ ਹੀ ਤੁਹਾਡਾ ਭਲਾ ਹੈ। ਤੇ ਇਸ ਮਸਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਵੀ ਚਿੱਠੀ ਕੱਢੀ ਗਈ ਹੈ। ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਟੂਰ ਤੋਂ ਪਹਿਲਾਂ ਸਾਰੇ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਗਈ। ਜਥੇਦਾਰ ਸਾਹਿਬ ਹੁਣ ਆਪਣੇ ਮੁਲਕ ਵਾਪਸ ਆ ਗਏ ਨੇ। ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਤੇ ਕੋਵਿਡ ਦੇ ਨਿਯਮਾਂ ਦੀ ਅਣਦੇਖੀ ਦਾ ਜੋ ਝੂਠਾ ਪੱਤਰ ਸ਼ਰਾਰਤੀ ਅਨਸਰਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਹੈ, ਉਹ ਯੂਕੇ ਸਰਕਾਰ ਦੇ ਵੱਲੋਂ ਕੱਢਿਆ ਹੀ ਨਹੀਂ ਗਿਆ ਤੇ ਘਿਨਾਉਣੀ ਹਰਕਤ ਵਿਰੋਧੀ ਸ਼ਕਤੀਆਂ ਦੇ ਵੱਲੋਂ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਣ ਅਤੇ ਸਤਿਕਾਰ ਨੂੰ ਢਾਹ ਲਾਉਣ ਦਾ ਇੱਕ ਕੋਝਾ ਯਤਨ ਹੈ। ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 9 ਤੋਂ ਲੈ ਕੇ 15 ਸਤੰਬਰ ਤੱਕ ਇੰਗਲੈਂਡ ਦੇ ਦੌਰੇ ਤੇ ਰਹੇ। ਇੱਕ ਹਰਿਆਣਾ ਤੋਂ ਵੀ ਤੁਹਾਨੂੰ ਜ਼ਰੂਰੀ ਖਬਰ ਦੱਸ ਦਿੰਨੇ ਆ, ਜਿੱਥੇ ਪਹਿਲੀ ਤੋਂ ਤੀਜੀ ਜਮਾਤਾਂ ਦੇ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲ ਨੇ ਜਿਹੜੇ 20 ਸਤੰਬਰ ਤੋਂ ਮੁੜ ਖੋਲ ਦਿੱਤੇ ਜਾਣਗੇ। ਹਰਿਆਣਾ ਦੀ ਸਰਕਾਰ ਨੇ ਇਹ ਐਲਾਨ ਕੀਤਾ ਹੈ। ਹਾਲਾਂਕਿ ਜਿਹੜੇ ਬੱਚੇ ਆਨਲਾਈਨ ਪੜ੍ਹਾਈ ਕਰਨਾ ਚਾਹੁੰਦੇ ਨੇ ਉਹ ਆਨਲਾਈਨ ਵੀ ਕਰਦੇ ਰਹਿਣਗੇ। ਸਕੂਲ ਵਿੱਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਲਿਖਤੀ ਇਜਾਜ਼ਤ ਲੈਣੀ ਪਵੇਗੀ ਤੇ ਸਿੱਖਿਆ ਵਿਭਾਗ ਦੇ ਜਿਹੜੇ ਵੀ ਕੋਵਿਡ ਦੇ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਦੀ ਪਾਲਣਾ ਵੀ ਕਰਨੀ ਪਵੇਗੀ। ਸ਼ੁੱਕਰਵਾਰ ਨੂੰ GST ਕੌਂਸਲ ਦੀ ਮੀਟਿੰਗ ਹੋਣ ਜਾ ਰਹੀ ਹੈ। ਉਸ ਦੇ ਵਿੱਚ ਇੱਕ ਅਹਿਮ ਮੁੱਦੇ ਤੇ ਵਿਚਾਰ ਹੋ ਸਕਦਾ ਹੈ। ਪੂਰੇ ਦੇਸ਼ ਦੇ ਵਿੱਚ ਪੈਟਰੋਲ ਤੇ ਡੀਜ਼ਲ ਤੇ GST ਲਾਈ ਜਾ ਸਕਦੀ ਹੈ। GST ਟੈਕਸ ਹੈ ਜਿਹੜਾ 18% ਟੈਕਸ ਲਾਇਆ ਜਾ ਸਕਦਾ ਹੈ। ਖਬਰ ਸੁਣ ਕੇ ਆਪਾਂ ਨੂੰ ਲੱਗਦਾ ਹੋਵੇਗਾ ਕਿ ਇੱਕ ਹੋਰ ਵੱਡਾ ਬੋਝ ਹੈ ਜਿਹੜਾ ਪੈਟਰੋਲ ਅਤੇ ਡੀਜ਼ਲ ਤੇ ਪੈਣ ਜਾ ਰਿਹਾ ਹੈ, ਜਾਂ ਕਹਿ ਲਈਏ ਕਿ ਦੇਸ਼ ਵਾਸੀਆਂ ਤੇ ਪੈਣ ਜਾ ਰਿਹਾ ਹੈ, ਕਿਉਂਕਿ ਪੈਟਰੋਲ ਤੇ ਡੀਜ਼ਲ ਤਾਂ ਪਹਿਲਾਂ ਹੀ ਕਈ ਥਾਈਂ ਸੈਂਕੜਾ ਮਾਰੀ ਬੈਠੇ ਨੇ, ਕਈ ਥਾਈਂ ਸੈਂਕੜਾ ਮਾਰਨ ਦੀ ਤਿਆਰੀ ਵਿੱਚ ਨੇ, ਤੇ ਜੇ 18% ਹੋਰ ਟੈਕਸ ਲਾਤਾ ਤਾਂ ਆਮ ਲੋਕਾਂ ਦਾ ਕੀ ਬਣੂਗਾ। ਪਰ ਇਹਦੇ ਵਿੱਚ ਘੁੰਡੀ ਇਹ ਹੈ ਕਿ ਜੇ GST ਟੈਕਸ ਲਾਤਾ ਤਾਂ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਦਾ ਟੈਕਸ ਹੈ ਤੇ ਕੇਂਦਰ ਸਰਕਾਰ ਦਾ ਟੈਕਸ ਹੈ ਉਹ ਖਤਮ ਹੋ ਜਾਊਗਾ। ਕੱਲਾ GST ਟੈਕਸ ਹੈ ਜਿਹੜਾ ਰਹੂਗਾ, ਉਹਦੇ ਨਾਲ ਪੈਟਰੋਲ ਤੇ ਡੀਜ਼ਲ ਸਸਤੇ ਹੋ ਸਕਦੇ ਨੇ। ਇਸ ਦੇ ਨਾਲ ਹੀ 4 ਦਰਜਨ ਤੋਂ ਵੱਧ ਵਸਤੂਆਂ ਤੇ ਟੈਕਸ ਦਰਾਂ ਦੀ ਸਮੀਖਿਆ ਕੀਤੀ ਜਾਏਗੀ। ਸ਼ੁੱਕਰਵਾਰ ਵਾਲੀ ਬੈਠਕ ਦੇ ਵਿੱਚ 11 ਕੋਵਿਡ ਦਵਾਈਆਂ ਉੱਤੇ ਟੈਕਸ ਛੂਟ ਨੂੰ 31 ਦਸੰਬਰ ਤੱਕ ਵਧਾਇਆ ਜਾ ਸਕਦਾ ਹੈ। 17 ਸਤੰਬਰ ਨੂੰ ਲਖਨਊ ਦੇ ਵਿੱਚ ਹੋਣ ਵਾਲੀ GST ਕੌਂਸਲ ਦੀ ਬੈਠਕ ਦੌਰਾਨ ਕੌਮੀ GST ਟੈਕਸ ਦੇ ਤਹਿਤ ਪੈਟਰੋਲ ਅਤੇ ਡੀਜ਼ਲ ਉੱਤੇ ਟੈਕਸ ਅਤੇ ਜ਼ੋਮੈਟੋ ਅਤੇ ਸਵਿਗੀ ਵਰਗੇ ਡਿਲੀਵਰੀ ਐਪਸ ਨੂੰ ਰੈਸਟਰੋ ਮੰਨਦੇ ਹੋਏ ਡਿਲੀਵਰੀ ਉੱਤੇ 5% GST ਦਾ ਪ੍ਰਸਤਾਵ ਵੀ ਹੋਏਗਾ। ਯਾਨੀ ਕਿ ਜ਼ੋਮੈਟੋ ਅਤੇ ਸਵਿਗੀ ਨੂੰ ਵੀ ਰੈਸਟਰੋ ਮੰਨਿਆ ਜਾਏਗਾ ਜਿਹੜੇ ਕਿ ਆਨਲਾਈਨ ਡਿਲੀਵਰੀ ਕਰਦੇ ਨੇ। ਹਾਲਾਂਕਿ ਸਵਿਗੀ ਤੇ ਜ਼ੋਮੈਟੋ ਦੇ ਕੋਈ ਆਪਣੇ ਰੈਸਟੋਰੈਂਟ ਤਾਂ ਨਹੀਂ ਬਣੇ ਹੋਏ, ਇਹ ਸਿਰਫ ਆਪਣੀ ਜਿਹੜੀ ਡਿਲੀਵਰੀ ਸਰਵਿਸ ਹੈ ਉਹ ਦਿੰਦੇ ਨੇ। ਮੋਟਰਸਾਈਕਲਾਂ ਦੇ ਉੱਤੇ ਇਹਨਾਂ ਦੇ ਜਿਹੜੇ ਕਾਮੇ ਨੇ ਉਹ ਖਾਣੇ ਨੂੰ ਹੋਟਲਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਨੇ, ਪਰ ਇਹਨਾਂ ਨੂੰ ਵੀ ਜਿਹੜਾ ਹੈਗਾ ਹੋਟਲ ਮੰਨਿਆ ਜਾਏਗਾ। ਕਿਸਾਨੀ ਸੰਘਰਸ਼ ਦੇ ਨਾਲ ਜੁੜੀਆਂ ਕੁਝ ਅਹਿਮ ਅਪਡੇਟਸ ਦੱਸ ਦਿੰਦੇ ਹਾਂ। ਇੱਕ ਦਿਨ ਪਹਿਲਾਂ ਹਰਿਆਣਾ BJP ਦੇ ਪ੍ਰਧਾਨ OP ਧਨਖੜ ਨੇ ਵਿਰੋਧ ਕਰ ਰਹੇ ਕਿਸਾਨਾਂ ਦੇ ਬਾਰੇ ਜਿਹੜਾ ਬਿਆਨ ਦਿੱਤਾ ਸੀ ਕਿ ਕਿਸਾਨਾਂ ਦੇ ਮੋਰਚਿਆਂ ਕਰਕੇ ਹਰਿਆਣਾ ਦੇ ਵਿੱਚ ਨਸ਼ਾ ਵੱਧ ਰਿਹਾ ਹੈ, ਉਸ ਦੀ ਸੰਯੁਕਤ ਕਿਸਾਨ ਮੋਰਚੇ ਨੇ ਸਖਤ ਨਿੰਦਿਆ ਕੀਤੀ ਹੈ। ਕਿਹਾ ਹੈ ਕਿ BJP ਆਪਣੇ ਕਿਸਾਨ ਵਿਰੋਧੀ ਰਵੱਈਏ ਨੂੰ ਕਈ ਤਰੀਕਿਆਂ ਦੇ ਨਾਲ ਦਿਖਾ ਦਿੰਦੀ ਹੈ। ਧਨਖੜ ਦੇ ਇਸ ਬਿਆਨ ਨੂੰ ਹਾਸੋਹੀਣਾ ਅਤੇ ਨਿੰਦਣਯੋਗ ਦੱਸਿਆ ਹੈ ਕਿਸਾਨਾਂ ਨੇ। ਉਹਨਾਂ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਇੱਕ ਵਾਰ ਫਿਰ BJP ਦਾ ਕਿਸਾਨ ਵਿਰੋਧੀ ਚਿਹਰਾ ਜਿਹੜਾ ਸਾਹਮਣੇ ਆ ਗਿਆ। ਅਸੀਂ ਹਰਿਆਣਾ BJP ਲੀਡਰ ਦੇ ਇਸ ਬਿਆਨ ਦੀ ਨਿੰਦਿਆ ਕਰਦੇ ਹਾਂ ਤੇ ਉਸ ਨੂੰ ਵਾਪਸ ਲੈਣ ਦੇ ਲਈ ਕਹਿੰਦੇ ਹਾਂ, ਨਹੀਂ ਤਾਂ ਵਿਰੋਧ ਲਈ ਤਿਆਰ ਰਹੇ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਅਦਾਰੇ ਹੈਗੇ ਨੇ ਜਿਹੜੇ ਉਹ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਅਤੇ ਕਿਸਾਨ ਅੰਦੋਲਨ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਮਜ਼ਬੂਤ ਹੋ ਰਿਹਾ ਹੈ। ਕਿਸਾਨ ਸੰਸਦ ਹੈ ਜਿਹੜੀ ਉਹ ਰਾਜਸਥਾਨ ਦੇ ਜੈਪੁਰ ਦੇ ਵਿੱਚ ਜਿਹੜੀ ਕਿਸਾਨ ਸੰਸਦ ਲਾਈ ਗਈ ਸੀ, ਉਸ ਤੋਂ ਬਾਅਦ ਪਦ ਯਾਤਰਾ ਯਾਨੀ ਕਿ ਪੈਦਲ ਯਾਤਰਾ ਕੱਢੀ ਜਾ ਰਹੀ ਹੈ, ਕਿਤੇ ਸਾਈਕਲ ਯਾਤਰਾ, ਕਿਤੇ ਸੰਵਾਦ ਯਾਤਰਾ ਹੋ ਰਹੀ ਹੈ ਅਤੇ ਕਿਸਾਨ ਮੋਰਚੇ ਦੀ ਮਦਦ ਬੜੇ ਤਰੀਕਿਆਂ ਦੇ ਨਾਲ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਏਕਤਾ ਜਿਹੜੀ ਹੈ ਉਹ ਦਰਸਾਈ ਜਾ ਰਹੀ ਹੈ। 27 ਸਤੰਬਰ ਨੂੰ ਭਾਰਤ ਬੰਦ ਸਫਲ ਬਣਾਓ, ਇਸ ਦੇ ਲਈ ਕਿਸਾਨ ਲਗਾਤਾਰ ਅਪੀਲ ਕਰ ਰਹੇ ਨੇ ਦੇਸ਼ ਵਾਸੀਆਂ ਨੂੰ ਤੇ ਇਸ ਦੇ ਲਈ ਲਾਮਬੰਦੀ ਵੀ ਕਰ ਰਹੇ ਨੇ, ਪੂਰੀਆਂ ਤਿਆਰੀਆਂ ਕਰ ਰਹੇ ਨੇ। ਜਿਵੇਂ ਕਿਸਾਨਾਂ ਨੇ ਕਿਹਾ ਕਿ ਸਾਡੇ ਸੰਘਰਸ਼ ਦੀ ਹਮਾਇਤ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕ ਕਰ ਰਹੇ ਨੇ। ਇਸੇ ਤਰ੍ਹਾਂ ਦੀ ਇੱਕ ਤਸਵੀਰ ਹੈ ਜਿਹੜੀ ਉਹ ਅਸੀਂ ਤੁਹਾਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰੋਂ ਦਿਖਾਉਨੇ ਹਾਂ।
ਗੁਰਦੁਆਰੇ ਦੇ ਸਾਹਮਣੇ ਇਹ ਕਿਸਾਨ ਹੀ ਬੈਠੇ ਨੇ। ਇਹ ਕਿਸਾਨ ਪੂਰੇ 100 ਦਿਨਾਂ ਤੋਂ ਇੱਥੇ ਬੈਠੇ ਹੋਏ ਨੇ ਤੇ ਇਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ 100 ਦਿਨ ਪਹਿਲਾਂ, ਜਿਸ ਨੂੰ 16 ਸਤੰਬਰ ਨੂੰ 100 ਦਿਨ ਪੂਰੇ ਹੋ ਗਏ ਨੇ। ਇੱਥੇ ਲੜੀਵਾਰ ਭੁੱਖ ਹੜਤਾਲ ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਇਸ ਅੰਦੋਲਨ ਦੇ 100 ਦਿਨਾਂ ਦੀ ਸਫਲਤਾ ਇਹ ਹੈ ਕਿ ਨੇੜੇ ਤੇੜੇ ਦੇ 40 ਤੋਂ ਵੱਧ ਪੰਜਾਬ ਦੇ ਪਿੰਡਾਂ ਦਾ ਸਹਿਯੋਗ ਇਸ ਭੁੱਖ ਹੜਤਾਲ ਨੂੰ ਮਿਲ ਰਿਹਾ ਹੈ। ਏਅਰਪੋਰਟ ਤੇ ਅੱਗੇ ਅੰਬਾਲਾ ਦਿੱਲੀ ਲਈ ਜੁੜਦੇ ਇਸ ਮੁੱਖ ਮਾਰਗ ਤੋਂ ਲੰਘਣ ਵਾਲੇ ਲੋਕ ਵੀ ਸਾਡੀ ਹੜਤਾਲ ਤੋਂ ਸੇਧ ਲੈ ਰਹੇ ਨੇ। ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਅੰਦੋਲਨ ਹੈ ਜਿਹੜਾ ਉਹ 1-2 ਸੂਬਿਆਂ ਦਾ ਸੀ, ਪਰ ਹੁਣ ਇਹ ਪੂਰੇ ਦੇਸ਼ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕਿਆ ਹੈ। ਕੇਂਦਰ ਸਰਕਾਰ ਦੀ ਖੇਤੀ ਕਾਨੂੰਨਾਂ ਦੇ ਪਿੱਛੇ ਦੀ ਖੇਡ ਹੁਣ ਲੁਕੀ ਨਹੀਂ ਰਹੀ ਹੈ। ਭੁੱਖ ਹੜਤਾਲ ਤੇ ਬੈਠੇ ਇੱਕ ਬਜ਼ੁਰਗ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਔਰੰਗਜ਼ੇਬ ਦੇ ਨਾਲ ਕੀਤੀ ਹੈ। ਉਹਨਾਂ ਨੇ ਕਿਹਾ ਕਿ 70-75 ਸਾਲ ਦੀ ਮੇਰੀ ਉਮਰ ਵਿੱਚ ਮੈਂ ਇਹੋ ਜਿਹੀ ਸਰਕਾਰ ਅੱਜ ਤੱਕ ਕਦੇ ਨਹੀਂ ਦੇਖੀ। ਮੋਦੀ ਸਰਕਾਰ ਦੀਆਂ ਨੀਤੀਆਂ ਦਾ ਤਿੱਖੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਅਤੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਇਹ ਭੁੱਖ ਹੜਤਾਲ ਨੂੰ ਜਾਰੀ ਰੱਖਣ ਦਾ ਅਹਿਦ ਵੀ ਲਿਆ। ਰੋਜ਼ਾਨਾ ਇੱਥੇ 5 ਕਿਸਾਨ, ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਹੁੰਦੇ ਨੇ, ਕਦੇ ਬੱਚੇ ਵੀ ਹੁੰਦੇ ਨੇ, ਨੌਜਵਾਨ ਤੇ ਬੀਬੀਆਂ, ਇਸ ਤਰੀਕੇ ਦੇ ਨਾਲ ਇੱਥੇ ਭੁੱਖ ਹੜਤਾਲ ਹੈ ਜਿਹੜੀ ਉਹ ਲੜੀਵਾਰ ਚੱਲ ਰਹੀ ਹੈ। ਮੋਦੀ ਦਾ ਮਰ ਕੇ ਹੱਲਾ ਮੋਦੀ ਨਹੀਂ ਹੱਲਦਾ। ਮੋਦੀ ਦਾ ਜਦ ਇਲੈਕਸ਼ਨ में हारूगा जद जाऊगा जी, जद जाऊगा मोदी ने नहीं हलना है। वो बाबा जी मोदी ने कहना मेरी गल ही नहीं सुनते किसान। बकवास करा बकवास ਉਹਦਾ ਨਰੰਗਜੇਬ ਹੈ, ਨਰੰਗਜੇਬ ਹੈ ਉਹ ਮੋਦੀ ਨਹੀਂ ਹੈ, ਉਹ ਨਰੰਗਜੇਬ ਹੈ ਜੀ। ਉਹ ਨਹੀਂ ਬਿਲਕੁਲ ਨਿੱਲ ਜੀ। ਲੋਕ ਦਾ 2 ਸਾਲ ਵੀ ਕੱਟੂਗੇ, 2 ਸਾਲ ਐਂ ਚੱਲੂਗੇ। ਤੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹੁਣ ਕਿਸਾਨਾਂ ਦੇ ਵੱਲੋਂ 19 ਸਤੰਬਰ ਨੂੰ ਇੱਕ ਹੋਰ ਮਹਾ ਪੰਚਾਇਤ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ। ਕਿਸਾਨ ਏਡ ਮੋਹਾਲੀ ਅਤੇ ਬੈਸਟੈਕ ਮੋਰਚਾ ਮੋਹਾਲੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਅਤੇ ਸ਼ਹੀਦਾਂ ਨੂੰ ਸਮਰਪਿਤ 19 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ 8 ਫੇਜ਼ ਤੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਗਰਾਊਂਡ ਦੇ ਵਿੱਚ ਮਹਾ ਪੰਚਾਇਤ ਕਰਵਾਈ ਜਾ ਰਹੀ ਹੈ। ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਦੱਲੇਵਾਲ, ਗੁਰਨਾਮ ਸਿੰਘ ਚੜੂਨੀ, ਬਲਦੇਵ ਸਿੰਘ ਸਿਰਸਾ, ਰੁਲਦੂ ਸਿੰਘ ਮਾਨਸਾ ਸਮੇਤ ਸਾਰੇ ਵੱਡੇ ਲੀਡਰ ਨੇ ਜਿਹੜੇ ਉਹ ਇੱਥੇ ਪਹੁੰਚਣਗੇ। ਡਾਕਟਰ ਸਵਾਈਮਾਨ ਸਿੰਘ ਵੀ ਖਾਸ ਤੌਰ ਤੇ ਇਸ ਮਹਾ ਪੰਚਾਇਤ ਦੇ ਵਿੱਚ ਪਹੁੰਚ ਰਹੇ ਨੇ। ਉਦੋਂ 17 ਮਾਰਚ ਨੂੰ ਖੇਤੀ ਕਾਨੂੰਨਾਂ ਨੂੰ ਸੰਸਦ ਵਿੱਚ ਪਾਸ ਹੋਣ ਦੇ ਪੂਰਾ 1 ਸਾਲ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਉਹ ਹੁਣ ਪੂਰਾ ਨਹੀਂ ਹੋ ਸਕਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਮਾਰਚ ਕੱਢਣ ਲਈ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਨੇ ਆਗਿਆ ਨਹੀਂ ਦਿੱਤੀ ਹੈ। ਅਕਾਲੀ ਦਲ ਨੇ 17 ਸਤੰਬਰ ਨੂੰ ਇਹ ਜਿਹੜਾ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਦਿੱਲੀ ਵਿੱਚ 1 ਸਾਲ ਤੋਂ ਕਿਸਾਨ ਧਰਨੇ ਤੇ ਬੈਠੇ ਨੇ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ, ਕੇਂਦਰ ਸਰਕਾਰ ਨੂੰ ਜਗਾਉਣ ਲਈ ਸ਼ਾਂਤੀ ਪੂਰਵਕ ਤਰੀਕੇ ਦੇ ਨਾਲ ਮਾਰਚ ਕੱਢਿਆ ਜਾਣਾ ਸੀ, ਪਰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਪਰ ਫਿਰ ਵੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਮਾਰਚ ਕੱਢਾਂਗੇ। ਤੇ ਇਸ ਮੌਕੇ ਦਿੱਲੀ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਥੇ ਰਵਾਨਾ ਕੀਤੇ ਗਏ ਉਸ ਦੀਆਂ ਤਸਵੀਰਾਂ ਵੀ ਅਕਾਲੀ ਦਲ ਨੇ ਸਾਂਝੀਆਂ ਕੀਤੀਆਂ ਨੇ। ਗੱਲ ਕਰਦੇ ਹਾਂ ਟਰੈਕਟਰ ਟੂ ਟਵਿੱਟਰ। ਟਰੈਕਟਰ ਟੂ ਟਵਿੱਟਰ ਉਹ ਨਾਮ ਹੈ ਜਿਹੜਾ ਕਿਸਾਨ ਸੰਘਰਸ਼ ਦੇ ਵਿੱਚ ਬਹੁਤ ਹੀ ਵੱਡੇ ਤਰੀਕੇ ਦੇ ਨਾਲ ਚਮਕਿਆ ਹੈ। ਟਵਿੱਟਰ ਦੇ ਉੱਤੇ ਜਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਲਹਿਰ ਚੱਲੀ ਸੀ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸੇਰਾ ਹੈ, ਮੋਹਰੀ ਸੇਰਾ ਹੈ, ਉਹ ਟਰੈਕਟਰ ਟੂ ਟਵਿੱਟਰ ਨੂੰ ਹੀ ਜਾਂਦਾ ਹੈ। ਪੰਜਾਬ ਜਾਂ ਕਹਿ ਲਈਏ ਪੂਰੇ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਵਸਦੇ ਕੁਝ ਜਾਗਰੂਕ ਨੌਜਵਾਨਾਂ ਨੇ ਜਿਨ੍ਹਾਂ ਨੂੰ IT ਦੀ ਸਮਝ ਹੈ, ਉਹਨਾਂ ਨੇ ਇਸ ਮੁਹਿੰਮ ਦੇ ਵਿੱਚ ਉਹ ਆਪਣੇ ਸਰੀਰਕ ਤੌਰ ਤੇ ਤਾਂ ਨਹੀਂ ਜੁੜ ਸਕਦੇ ਸੀ, ਪਰ ਉਹਨਾਂ ਨੇ ਆਪੋ ਆਪਣੇ ਘਰੀਂ ਬੈਠੇ ਹੋਏ ਕਿਸਾਨਾਂ ਨੂੰ ਮਦਦ ਦੇਣ ਦੇ, ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦੇ ਮਕਸਦ ਦੇ ਨਾਲ ਟਰੈਕਟਰ ਟੂ ਟਵਿੱਟਰ ਨੂੰ ਲਾਂਚ ਕੀਤਾ ਸੀ ਅਤੇ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੀ ਹਰ ਜਾਣਕਾਰੀ ਟਰੈਕਟਰ ਟੂ ਟਵਿੱਟਰ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਸੀ। ਪਰ आज तक टीवी चैनल है जो आज तक कौमी मीडिया है, उसने ट्रैक्टर टू ट्विटर ते 2 करोड़ रुपए की मानहानि का जिहड़ा दावा किया उस मामले दे विच सुनवाई हुई। इस सुनवाई दे विच दोवां धिरां ने आपो अपने पक्ष पेश किए। ट्रैक्टर टू ट्विटर दे वल्लों 300 पेजां की रिपोर्ट बना के अदालत दे विच पेश की, अपना जवाब है जिहड़ा वो दाखिल किया। दिल्ली हाईकोर्ट दे विच दोवें धिरां ने आपो अपणीਆਂ दलीलां पेश कीतीਆਂ। इस तो पहलां भी कई सुनवाइयां हो चुकीਆਂ ने ਅਤੇ ट्रैक्टर टू ट्विटर ਨੂੰ ਇਸੇ ਕਰਕੇ ਸੈਂਸਿਟਿਵ ਕੰਟੈਂਟ ਕਹਿੰਦੇ ਹੋਏ ਕਈ ਵਾਰੀ ਹਟਾਇਆ ਵੀ ਗਿਆ ਹੈ। ਟਵਿੱਟਰ ਤੋਂ ਇਸ ਹੈਂਡਲ ਨੂੰ ਰਿਮੂਵ ਕੀਤਾ ਗਿਆ, ਪਰ ਫਿਰ ਤੋਂ ਇਹ ਲਗਾਤਾਰ ਲੋਕਾਂ ਦੀ ਹਮਾਇਤ ਕਰਕੇ ਵਾਪਸ ਆਉਂਦਾ ਰਿਹਾ ਹੈ। किसान एकता मोर्चा ने दस्या है कि जिहड़ा आज तक है उसनू मई 2011 ਨੂੰ चलाए गए ट्रैक्टर टू ट्विटर दे आज तक दलाल मोदी का ਇਹ ਜਿਹੜਾ ਹੈਸ਼ਟੈਗ ਚਲਾਇਆ ਸੀ ਉਸ ਦੇ ਉੱਤੇ ਇਤਰਾਜ਼ ਸੀ, ਜਿਸ ਤੋਂ ਬਾਅਦ ਅੱਜ ਤੱਕ ਨੇ ਟਰੈਕਟਰ ਟੂ ਟਵਿੱਟਰ ਤੇ 2 ਕਰੋੜ ਰੁਪਏ ਦੀ ਮਾਨਹਾਨੀ ਦਾ ਦਾਵਾ ਠੋਕਿਆ ਸੀ।
ਮਈ ਦੇ ਵਿੱਚ ਮਾਣਹਾਨੀ ਦਾ ਦਾਅਵਾ ਠੋਕੇ ਜਾਣ ਤੋਂ ਬਾਅਦ 7 ਜੂਨ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਉਸ ਤੋਂ ਬਾਅਦ ਕਿਸਾਨਾਂ ਦੀ ਹਮਾਇਤ ਵਾਲੇ ਇਸ ਅਕਾਊਂਟ ਨੂੰ ਡਿਲੀਟ ਕਰਨ ਅਤੇ ਇਸ ਨੂੰ ਚਲਾਉਣ ਵਾਲੀ ਜਿਹੜੀ ਟੀਮ ਹੈ ਉਸ ਦੇ ਮੈਂਬਰਾਂ ਨੂੰ ਲੁੱਕਆਊਟ ਨੋਟਿਸ ਜਾਰੀ ਕੀਤੇ ਗਏ, ਗ੍ਰਿਫਤਾਰੀ ਜਿਹੜੀ ਹੈ ਉਸ ਦੇ ਹੁਕਮ ਵੀ ਦਿੱਤੇ ਗਏ ਤੇ ਇਸ ਬਾਰੇ ਸੁਣਵਾਈ ਦੇ ਵਿੱਚ ਪੁੱਛਿਆ ਵੀ ਗਿਆ ਹਾਈ ਕੋਰਟ ਦੇ ਬੈਂਚ ਦੇ ਵੱਲੋਂ। ਉਸ ਤੋਂ ਬਾਅਦ 17 ਜੂਨ ਨੂੰ ਫੇਰ ਸੁਣਵਾਈ ਹੋਈ। ਉਦੋਂ ਵੀ ਟਰੈਕਟਰ ਟੂ ਟਵਿੱਟਰ ਨੇ ਆਪਣਾ ਜਵਾਬ ਜਿਹੜਾ ਅਦਾਲਤ ਦੇ ਮੂਹਰੇ ਰੱਖਿਆ ਸੀ, ਦਾਖਲ ਕੀਤਾ ਸੀ ਕਿ ਉਹਨਾਂ ਨੇ ਆਖਿਰਕਾਰ ਅੱਜ ਤੱਕ ਨੂੰ ਮੋਦੀ ਕਾ ਦਲਾਲ ਕਿਹਾ ਕਿਉਂ ਹੈ। ਤੇ ਉਸ ਤੋਂ ਬਾਅਦ ਕਈ ਸੁਣਵਾਈਆਂ ਹੋਈਆਂ ਨੇ ਪਰ ਕਿਸੇ ਸੁਣਵਾਈ ਦੇ ਵਿੱਚ ਅੱਜ ਤੱਕ ਨੂੰ ਆਪਣੇ ਵੱਲੋਂ ਕਹਿਣ ਦੇ ਲਈ ਕੁਝ ਮਜ਼ਬੂਤ ਪੱਖ ਨਹੀਂ ਸੀ। ਇਸ ਤੇ ਪ੍ਰਤੀਕਰਮ ਦਿੰਦਿਆਂ ਹੋਇਆਂ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਅੱਜ ਤੱਕ ਦੇ ਕੋਲ ਜੇ ਅਦਾਲਤ ਵਿੱਚ ਦੇਣ ਲਈ ਕੋਈ ਜਵਾਬ ਨਹੀਂ ਹੈ, ਆਪਣੇ ਆਪ ਨੂੰ ਸਪਸ਼ਟ ਕਰਨ ਦੇ ਲਈ ਕੋਈ ਜਵਾਬ ਨਹੀਂ ਹੈ ਤਾਂ ਇਸ ਤੋਂ ਕੀ ਮੰਨਿਆ ਜਾਵੇ ਕਿ ਅੱਜ ਤੱਕ ਨੂੰ ਪਤਾ ਹੈ ਕਿ ਕਿਸਾਨ ਜੋ ਕਹਿ ਰਹੇ ਨੇ ਉਹ ਸੱਚ ਹੈ, ਤੇ ਕੀ ਇਹ ਵੀ ਮੰਨਿਆ ਜਾਵੇ ਕਿ ਇਹਦੇ ਨਾਲ ਅੱਜ ਤੱਕ ਆਪਣੀ ਸਾਖ ਬਚਾਉਣ ਲਈ ਨਹੀਂ ਸਗੋਂ ਕਿਸਾਨਾਂ ਨੂੰ ਸੋਸ਼ਲ ਮੀਡੀਆ ਉੱਤੇ ਦਬਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਲੱਗਿਆ ਹੋਇਆ। ਟਰੈਕਟਰ ਟੂ ਟਵਿੱਟਰ ਦੇ ਨੌਜਵਾਨਾਂ ਦੇ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕੈਂਪੇਨ ਅਸੀਂ ਚਲਾਈ ਸੀ ਖਾਸ ਤੌਰ ਤੇ ਕਿਸਾਨਾਂ ਦੇ ਲਈ ਸ਼ੁਰੂ ਕੀਤੀ ਸੀ ਤੇ ਕਿਸਾਨਾਂ ਦੇ ਲਈ ਹੀ ਅੱਜ ਤੱਕ ਅਸੀਂ ਕੰਮ ਕਰ ਰਹੇ ਹਾਂ, ਉਹਨਾਂ ਦੇ ਸੰਘਰਸ਼ ਨੂੰ ਹਮਾਇਤ ਹੈ ਜਿਹੜੀ ਉਹ ਦੇ ਰਹੇ ਹਾਂ। ਪਰ ਸਰਕਾਰ ਦੀ ਲਗਾਤਾਰ ਇਹ ਕੋਸ਼ਿਸ਼ ਹੈ ਕਿ ਭਾਰਤ ਦੇ ਵਿੱਚ ਸਾਡਾ ਜਿਹੜਾ ਇਹ ਟਰੈਕਟਰ ਟੂ ਟਵਿੱਟਰ ਹੈਂਡਲ ਹੈਗਾ ਉਹ ਨਾ ਚੱਲੇ। ਬੀਜੇਪੀ ਦੇ ਆਈਟੀ ਸੈੱਲ ਨੇ ਕਹਿੰਦੇ ਬੰਦ ਕਰਵਾਇਆ ਸੀ। ਉਸ ਤੋਂ ਬਾਅਦ ਮੀਡੀਆ ਹਾਊਸ ਅੱਜ ਤੱਕ ਨੇ ਸਾਡੇ ਉੱਤੇ ਕੇਸ ਪਾਇਆ 2 ਕਰੋੜ ਦੀ ਮਾਣਹਾਨੀ ਦਾ। ਟੀਮ ਦੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਯੂਐਨ ਦੇ ਵਿੱਚ ਬੈਠਕ ਹੋਣੀ ਹੈ, ਆਲਮੀ ਲੀਡਰਾਂ ਦੇ ਨਾਲ ਬੈਠਕ ਹੋਣੀ ਹੈ, ਕੌਮਾਂਤਰੀ ਪੱਧਰ ਦੇ ਲੀਡਰਾਂ ਦੇ ਨਾਲ ਬੈਠਕ ਹੈ ਤੇ ਇਸੇ ਕਰਕੇ ਸਾਡੇ ਹੈਂਡਲ ਤੋਂ ਜਿਹੜੀ ਸਰਕਾਰ ਹੈ ਉਹ ਭੈ ਖਾਂਦੀ ਹੈ। ਸਾਡੇ ਹੈਂਡਲ ਨੂੰ ਇਸੇ ਕਰਕੇ ਸੈਂਸਿਟਿਵ ਕੰਟੈਂਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿਉਂਕਿ ਜੇ ਲੋਕ ਇਸ ਨੂੰ ਰੀਟਵੀਟ ਕਰਨਗੇ ਜਾਂ ਲਾਈਵ ਟੈਗ ਕਰਨਗੇ ਤਾਂ ਹੋ ਸਕਦਾ ਹੈ ਸਾਡੀ ਮੁਹਿੰਮ ਨੂੰ ਬਲ ਮਿਲੇ, ਪਰ ਇਹ ਸਰਕਾਰ ਦੇ ਲਈ ਖਤਰਾ ਹੈ। ਤੇ ਟੀਮ ਨੇ ਕਿਹਾ ਕਿ ਇਹ ਖਤਰਾ ਅਸੀਂ ਨਹੀਂ ਕਹਿੰਦੇ ਪਰ ਸਰਕਾਰ ਮੰਨਦੀ ਹੈ ਕਿ ਸਾਡਾ ਟਵਿੱਟਰ ਹੈਂਡਲ ਹੈ ਜਿਹੜਾ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਨੁਕਸਾਨ ਪਹੁੰਚਾ ਰਿਹਾ ਹੈ, ਪਰ ਅਸੀਂ ਨਿਰੋਲ ਕਿਸਾਨਾਂ ਦੀ ਹਮਾਇਤ ਦੇ ਲਈ ਆ, ਕਿਸਾਨਾਂ ਦੀ ਮਦਦ ਦੇ ਲਈ ਆ। ਸਿਆਸਤ ਦੀਆਂ ਕੁਝ ਗੱਲਾਂ ਕਰ ਲਈਏ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਸਲੇ ਤੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਾਲ ਫਿਰ ਮੁਲਾਕਾਤ ਕੀਤੀ। ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਕਸ਼ਮਕਸ਼ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਵਿਧਾਇਕਾਂ ਨੇ ਇੱਕ ਵਾਰ ਫਿਰ ਤੋਂ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਦਿੱਲੀ ਤੋਂ 2 ਨਿਰਪੱਖ ਨਿਗਰਾਨ ਭੇਜੇ ਜਾਣ ਤਾਂ ਜੋ ਅਸੀਂ ਆਪਣੀਆਂ ਸ਼ਿਕਾਇਤਾਂ ਉਹਨਾਂ ਨੂੰ ਦੱਸ ਸਕੀਏ। ਇਸ ਵਾਰੀ ਕੈਪਟਨ ਤੇ ਨਿਸ਼ਾਨਾ ਸਾਧਣ ਵਾਲਿਆਂ ਵਿੱਚ ਪ੍ਰਗਟ ਸਿੰਘ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ। ਦੋਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਨੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹਿਲਾਂ ਕੈਪਟਨ ਦੇ ਕਰੀਬੀ ਹੋਇਆ ਕਰਦੇ ਸੀ। ਸੋ ਕਾਂਗਰਸ ਦਾ ਜਿਹੜਾ ਕਲੇਸ਼ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਾਂਗਰਸ ਦੇ 80 ਵਿੱਚੋਂ 40 ਵਿਧਾਇਕਾਂ ਨੇ ਹਾਈਕਮਾਂਡ ਨੂੰ ਚਿੱਠੀ ਲਿਖ ਕੇ ਵਿਧਾਇਕ ਦਲ ਦੀ ਮੀਟਿੰਗ ਛੇਤੀ ਤੋਂ ਛੇਤੀ ਬੁਲਾਉਣ ਦੀ ਮੰਗ ਕੀਤੀ ਹੈ। ਵਿਧਾਇਕਾਂ ਨੇ ਮੀਟਿੰਗ ਵਿੱਚ 2 ਕੇਂਦਰੀ ਆਬਜ਼ਰਵਰ ਜਿਹੜੇ ਪਹਿਲਾਂ ਹੀ ਅਸੀਂ ਦੱਸਿਆ ਕਿ 2 ਨਿਗਰਾਨ ਭੇਜਣ ਦੀ ਜਿਹੜੀ ਮੰਗ ਕੀਤੀ ਹੈ ਜਿਨ੍ਹਾਂ ਦੇ ਸਾਹਮਣੇ ਵਿਧਾਇਕ ਆਪਣੀ ਗੱਲ ਹੈ ਜਿਹੜੀ ਉਹ ਰੱਖਣਗੇ। ਪੰਜਾਬ ਦੇ ਵਿੱਚ ਕਣਕ ਘੁਟਾਲੇ ਦੀ ਗੱਲ ਕਰ ਲਈਏ ਤਾਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਵੱਲੋਂ ਕਣਕ ਘੁਟਾਲੇ ਦੇ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਦੇ ਅੰਦਰ ਵਿਸਥਾਰਿਤ ਰਿਪੋਰਟ ਮੰਗੀ ਗਈ ਹੈ। ਪੰਜਾਬ ਰਾਜ ਖੁਰਾਕ ਦੇ ਚੇਅਰਮੈਨ ਡੀਪੀ ਰੈਡੀ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਕਿ ਫੂਡ ਸਪਲਾਈਜ਼ ਵਿਭਾਗ ਦਾ ਇੰਸਪੈਕਟਰ ਜਸਦੇਵ ਸਿੰਘ ਜੋ ਕਿ ਜੰਡਿਆਲਾ ਗੁਰੂ ਕਣਕ ਘੁਟਾਲੇ ਦਾ ਦੋਸ਼ੀ ਹੈ, ਜਿਸ ਨੇ ਉਸ ਕਣਕ ਦੀ ਐਸਐਸਪੀ ਦੇ ਨਾਂ ਤੇ ਕਰੋੜਾਂ ਰੁਪਏ ਦਾ ਗਬਨ ਕੀਤਾ ਜਿਹੜੀ ਨਾ ਤਾਂ ਮੰਡੀਆਂ ਦੇ ਵਿੱਚ ਲਿਆਂਦੀ ਗਈ ਤੇ ਨਾ ਹੀ ਖਰੀਦੀ ਗਈ। 20 ਕਰੋੜ ਰੁਪਏ ਦੀ ਕੀਮਤ ਵਾਲੀ 87,100 ਕੁਇੰਟਲ ਕਣਕ ਦੀ ਖਰੀਦ ਲਈ ਜਾਲੀ ਐਂਟਰੀਆਂ ਕੀਤੀਆਂ ਗਈਆਂ ਤੇ ਇਹਨਾਂ ਨੂੰ ਜੰਡਿਆਲਾ ਗੁਰੂ ਦੇ ਗੋਦਾਮਾਂ ਦੇ ਵਿੱਚ ਜਾਂਦੇ ਹੋਏ ਦਿਖਾਇਆ ਗਿਆ, ਪਰ ਇਹ ਕਣਕ ਕਿਤੇ ਵੀ ਨਹੀਂ ਗਈ। ਇਸ ਨੂੰ ਜਸਦੇਵ ਸਿੰਘ ਖਾ ਗਏ। ਉਹ ਆਪਣੇ ਇੱਕ ਰਿਸ਼ਤੇਦਾਰ ਵਿਧਾਇਕ ਦੇ ਨਾਲ ਰਲ ਕੇ ਖਾ ਗਏ ਜਾਂ ਫਿਰ ਇਕੱਲੇ ਖਾ ਗਏ, ਇਸ ਦਾ ਕੁਝ ਪਤਾ ਨਹੀਂ ਹੈ। ਪਰ ਹੁਣ ਇਸ ਮਾਮਲੇ ਦੀ 15 ਦਿਨਾਂ ਦੇ ਵਿੱਚ ਵਿਭਾਗ ਨੇ ਰਿਪੋਰਟ ਹੈ ਜਿਹੜੀ ਉਹ ਮੰਗ ਲਈ ਹੈ। ਤੇ ਚੇਅਰਮੈਨ ਨੇ ਇਹ ਵੀ ਦੱਸਿਆ ਹੈ ਕਿ ਜਸਦੇਵ ਸਿੰਘ, ਜਿਸ ਬਾਰੇ ਮੰਨਿਆ ਜਾਂਦਾ ਹੈ ਦੁਬਈ ਭੱਜ ਗਿਆ ਹੈ, ਕੁਝ ਸਮਾਂ ਪਹਿਲਾਂ ਸੀਬੀਆਈ ਵੱਲੋਂ ਗ੍ਰਿਫਤਾਰ ਅੰਮ੍ਰਿਤਸਰ ਦੇ ਵਪਾਰੀ ਰਵਿੰਦਰ ਸਿੰਘ ਬੰਟੀ ਦੀ ਮਿਲੀਭੁਗਤ ਦੇ ਨਾਲ ਉਸਨੇ 20 ਕਰੋੜ ਦਾ ਘੁਟਾਲਾ ਜਿਹੜਾ ਉਹ ਕੀਤਾ ਹੈ। ਹਾਲੇ ਤੱਕ ਪੁਲਿਸ ਹੈ ਜਿਹੜੀ ਜਸਦੇਵ ਸਿੰਘ ਨੂੰ ਫੜ ਨਹੀਂ ਸਕੀ ਕਿਉਂਕਿ ਉਹ ਦੁਬਈ ਦੇ ਵਿੱਚ ਬੈਠਾ ਹੈ। ਅੰਮ੍ਰਿਤਸਰ ਦੇ ਵਿੱਚ 15 ਦਿਨਾਂ ਦੇ ਵਿੱਚ ਡੇਂਗੂ ਦੇ 161 ਕੇਸ ਆਏ ਨੇ ਤੇ ਸਿਹਤ ਮਹਿਕਮੇ ਨੂੰ ਭਾਜੜਾਂ ਪੈ ਗਈਆਂ ਨੇ। 278 ਕੇਸਾਂ ਵਿੱਚੋਂ 161 ਸਿਰਫ ਪਿਛਲੇ 15 ਦਿਨਾਂ ਦੇ ਵਿੱਚ ਸਾਹਮਣੇ ਆਏ ਨੇ। ਪੰਜਾਬ ਦੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਅੰਮ੍ਰਿਤਸਰ ਪ੍ਰਸ਼ਾਸਨ, ਮਿਊਨਿਸਪਲ ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਜ਼ਿਲ੍ਹੇ ਦੇ ਵਿੱਚ ਵਿਗੜਦੀ ਜਾ ਰਹੀ ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲਿਆ। ਮੰਤਰੀ ਨੇ ਅਧਿਕਾਰੀਆਂ ਨੂੰ ਡੇਂਗੂ ਤੇ ਕਾਬੂ ਪਾ ਕੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਵੀ ਕਿਹਾ ਹੈ।
ਨਾਲ ਹੀ ਉਹਨਾਂ ਨੇ ਅੰਮ੍ਰਿਤਸਰ ਦੇ ਸਾਰੇ 85 ਵਾਰਡਾਂ ਵਿੱਚ ਫੌਗਿੰਗ ਹਰ ਰੋਜ਼ ਯਕੀਨੀ ਬਣਾਉਣ ਦੇ ਲਈ ਵੀ ਕਿਹਾ ਹੈ। ਪੰਜਾਬ ਦੇ ਵਿੱਚ ਕੋਲੇ ਦੇ ਰੇਟ ਇੰਨੇ ਵੱਧ ਚੁੱਕੇ ਨੇ ਕਿ ਪੰਜਾਬ ਦੇ ਵਿੱਚ 1000 ਦੇ ਕਰੀਬ ਭੱਠੇ ਬੰਦ ਹੋ ਗਏ ਨੇ। ਭੱਠਾ ਇੱਟਾਂ ਬਣਾਉਣ ਵਾਲਾ ਹੁੰਦਾ ਹੈ ਜਿਹੜੇ ਕਿ 1000 ਦੀ ਗਿਣਤੀ ਵਿੱਚ ਬੰਦ ਹੋ ਚੁੱਕੇ ਨੇ। ਪੰਜਾਬ ਸਰਕਾਰ ਦੀਆਂ ਨੀਤੀਆਂ ਮੁਤਾਬਿਕ ਪ੍ਰਦੂਸ਼ਣ ਰੋਕਣ ਦੇ ਲਈ ਭੱਠਿਆਂ ਦਾ ਨਵੀਨੀਕਰਨ ਨਹੀਂ ਕੀਤਾ ਜਾ ਸਕਿਆ। ਇਹ ਕਹਿਣਾ ਹੈ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਸੰਧੂ ਦਾ। ਭੱਠਾ ਮਾਲਕਾਂ ਨੇ ਕਿਹਾ ਕਿ ਮਾੜੇ ਹਾਲਾਤ ਹੋਣ ਕਾਰਨ ਸਰਕਾਰ ਦੀਆਂ ਹਦਾਇਤਾਂ ਹੋਣ ਦੇ ਬਾਵਜੂਦ ਸਾਡੇ ਕੋਲ ਨਵੀਨੀਕਰਨ ਕਰਨ ਦੇ ਵਾਸਤੇ ਵਾਧੂ ਪੈਸਾ ਨਹੀਂ ਹੈ, ਕਿਉਂਕਿ ਸਰਕਾਰ ਨੇ ਕੋਈ ਸਹਿਯੋਗ ਨਵੀਨੀਕਰਨ ਦੇ ਲਈ ਨਹੀਂ ਦਿੱਤਾ ਹੈ। ਇਸ ਕਰਕੇ ਭੱਠੇ ਬੰਦ ਕਰਨ ਦੇ ਲਈ ਮਜਬੂਰ ਸਾਨੂੰ ਹੋਣਾ ਪਿਆ। ਭੱਠਾ ਮਾਲਕ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੋਲੇ ਦੇ ਵੱਧ ਰਹੇ ਰੇਟ, ਮਾਈਨਿੰਗ ਦੀ ਆ ਰਹੀ ਸਮੱਸਿਆ ਸਮੇਤ ਇੱਟਾਂ ਦੇ ਵੱਧ ਰਹੇ ਭਾਅ ਤੇ ਗੌਰ करे सरकार, ਮਾਈਨਿੰਗ ਦੀ ਨੀਤੀ ਜਾਰੀ ਕਰੇ ਤਾਂ ਜੋ ਭੱਠਾ ਮਾਲਕ ਮਿੱਟੀ ਦਾ ਪ੍ਰਬੰਧ ਕਰਕੇ ਇੱਟਾਂ ਬਣਾਉਣੀਆਂ ਸ਼ੁਰੂ ਕਰਨ। ਪੰਜਾਬ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਦਾਖਲੇ ਵਾਸਤੇ 3 ਅਕਤੂਬਰ ਨੂੰ ਇਮਤਿਹਾਨ ਲੈਣ ਦਾ ਐਲਾਨ ਕੀਤਾ ਹੈ। 9ਵੀਂ ਤੋਂ 12ਵੀਂ ਵਿੱਚ ਦਾਖਲੇ ਦੇ ਲਈ ਇਮਤਿਹਾਨ 3 ਅਕਤੂਬਰ 2021 ਨੂੰ 2:30 ਵਜੇ ਤੋਂ ਲੈ ਕੇ 4:30 ਵਜੇ ਤੱਕ ਹੋਵੇਗਾ। ਵਿਦਿਆਰਥੀਆਂ ਦੇ ਰੋਲ ਨੰਬਰ ਅਤੇ ਇਮਤਿਹਾਨ ਸੈਂਟਰਾਂ ਦੀ ਸੂਚੀ ਹੈ ਜਿਹੜੀ ਉਹ ਵੈਬਸਾਈਟ ਤੇ ਜਲਦ ਹੀ ਅਪਲੋਡ ਕੀਤੀ ਜਾਏਗੀ। ਸੋ ਪੰਜਾਬ ਦੇ ਵਿੱਚ ਤਲਵਾੜਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਮੁਹਾਲੀ ਅਤੇ ਗੁਰਦਾਸਪੁਰ ਦੇ ਵਿੱਚ 10 ਮੈਰੀਟੋਰੀਅਸ ਸਕੂਲ ਚਲਾਏ ਜਾ ਰਹੇ ਨੇ। ਇਹਨਾਂ ਸਕੂਲਾਂ ਦੇ ਵਿੱਚ ਸੂਬੇ ਦੇ ਲੋੜਵੰਦ ਪਰ ਬਹੁਤ ਹੀ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ। ਲੋਕਾਂ ਦਾ ਮਸੀਹਾ ਬਣ ਕੇ ਉਹਨਾਂ ਦੀ ਮਦਦ ਕਰਨ ਵਾਲੇ ਅਦਾਕਾਰ ਸੋਨੂ ਸੂਦ ਦੇ ਟਿਕਾਣਿਆਂ ਤੇ ਆਮਦਨ ਕਰ ਦੇ ਜਿਹੜੇ ਛਾਪੇ ਨੇ ਉਹ ਲਗਾਤਾਰ ਚੱਲ ਰਹੇ ਨੇ ਤੇ ਇਹਨਾਂ ਛਾਪਿਆਂ ਦੇ ਵਿਚਾਲੇ ਕਿਹੜੀ ਪਾਰਟੀ ਨੇ ਕੀ ਕਿਹਾ ਹੈ ਉਹ ਤੁਹਾਨੂੰ ਦੱਸਦੇ ਹਾਂ। ਨਾਮ ਵੀ ਹੁਣ ਇਸ ਵਕਤ ਟਵਿੱਟਰ ਦੇ ਉੱਤੇ ਸੋਨੂ ਸੂਦ ਦਾ ਟ੍ਰੈਂਡ ਦੇ ਵਿੱਚ ਆ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪ੍ਰਤੀਕਰਮ ਦਿੱਤੇ ਨੇ। ਹਾਲਾਂਕਿ ਸੋਨੂ ਸੂਦ ਨੇ ਹਾਲੇ ਤੱਕ ਕੋਈ ਵੀ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਉਸਦੇ ਕਈ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਲਗਾਤਾਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ। ਨਾ ਸੋਨੂ ਸੂਦ ਦਾ ਬਿਆਨ ਆਇਆ, ਨਾ ਹੀ IT ਵਿਭਾਗ ਦਾ ਆਇਆ, ਪਰ ਬੀਜੇਪੀ ਦਾ, ਆਮ ਆਦਮੀ ਪਾਰਟੀ ਦਾ ਤੇ ਹੋਰ ਲੀਡਰਾਂ ਦੇ ਬਿਆਨ ਨੇ ਜਿਹੜੇ ਉਹ ਆਏ ਨੇ। ਬੀਜੇਪੀ ਦੇ ਬੁਲਾਰੇ ਆਸਿਫ ਭਾਮਲਾ ਨੇ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਕੇ ਕਿਹਾ ਕਿ ਇਸ ਕਾਰਵਾਈ ਦੇ ਪਿੱਛੇ ਕੋਈ ਸਿਆਸੀ ਇਰਾਦਾ ਨਹੀਂ ਹੋ ਸਕਦਾ, ਅਜਿਹੀ ਕੋਈ ਸੰਭਾਵਨਾ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਸੱਚਾਈ ਦੇ ਰਾਹ ਵਿੱਚ ਲੱਖਾਂ ਮੁਸ਼ਕਲਾਂ ਆਉਂਦੀਆਂ ਨੇ। ਸੋਨੂ ਸੂਦ ਦੇ ਨਾਲ ਭਾਰਤ ਦੇ ਉਹਨਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਖੜੀਆਂ ਨੇ ਜਿਨ੍ਹਾਂ ਨੂੰ ਮੁਸ਼ਕਲ ਦੀ ਘੜੀ ਦੇ ਵਿੱਚ ਸੋਨੂ ਸੂਦ ਦਾ ਸਾਥ ਮਿਲਿਆ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਲਿਖਿਆ ਕਿ ਸੋਨੂ ਸੂਦ ਉੱਤੇ ਆਮਦਨ ਕਰ ਦੇ ਛਾਪਿਆਂ ਬਾਰੇ ਕੋਈ ਹੈਰਾਨਗੀ ਨਹੀਂ ਹੈ, ਕਿਉਂਕਿ ਉਹ ਹੁਣ ਅਧਿਕਾਰਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਚੁੱਕੇ ਨੇ। ਸੋਨੂ ਸੂਦ ਦੇ ਟਿਕਾਣਿਆਂ ਤੇ ਛਾਪੇਮਾਰੀ ਦਾ ਸ਼ਿਵ ਸੈਨਾ ਨੇ ਵੀ ਵਿਰੋਧ ਕੀਤਾ ਹੈ। ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੂਰੇ ਸੂਬੇ ਦੇ ਵਿੱਚ ਅਵਾਰਾ ਕੁੱਤਿਆਂ ਦੀ ਜਿਹੜੀ ਵੱਧ ਰਹੀ ਸਮੱਸਿਆ ਹੈ ਉਸ ਤੇ ਕਾਬੂ ਪਾਉਣ ਦੇ ਲਈ ਨਸਬੰਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਐਂਟੀ ਬਰਥ ਕੰਟਰੋਲ ਅਤੇ ਐਂਟੀ ਰੇਬੀਜ਼ ਪ੍ਰੋਗਰਾਮ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਸਤੇ ਮਿਊਨਿਸਪਲ ਪੱਧਰ ਤੇ ਵੈਟਰਨਰੀ ਡਾਕਟਰਾਂ ਦੀ ਜਿਹੜੀ ਸਹਾਇਤਾ ਹੈ ਇਸ ਦੇ ਲਈ ਜਾਏਗੀ ਤਾਂ ਜੋ ਅਵਾਰਾ ਕੁੱਤੇ ਨੇ ਜਿਹੜੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਤੇ ਕਾਬੂ ਪਾਇਆ ਜਾ ਸਕੇ, ਕਿਉਂਕਿ ਜਿਹੜੇ ਅਵਾਰਾ ਕੁੱਤੇ ਜਦੋਂ ਬਹੁਤ ਵੱਡੀ ਗਿਣਤੀ ਵਿੱਚ ਵੱਧ ਜਾਂਦੇ ਨੇ ਤਾਂ ਆਮ ਲੋਕਾਂ ਦੇ ਲਈ ਮੁਸ਼ਕਿਲ ਬਣ ਜਾਂਦੇ ਨੇ। ਆਮ ਲੋਕਾਂ ਨੂੰ ਜਿਹੜਾ ਵੱਢ ਵੀ ਲੈਂਦੇ ਨੇ ਤੇ ਲੋਕ ਜ਼ਖਮੀ ਵੀ ਹੋ ਜਾਂਦੇ ਨੇ। ਆਮ ਤੌਰ ਤੇ ਆਪਾਂ ਸੁਣਦੇ ਹੁੰਨੇ ਆ ਕਿ ਹਰਿਆਣਾ ਜਾਂ ਯੂਪੀ ਦੇ ਵਿੱਚ ਅਣਖ ਖਾਤਰ ਕਤਲ ਕੀਤੇ ਜਾਂਦੇ ਨੇ, ਪਰ ਇਹ ਜਿਹੜੀ ਖਬਰ ਹੈ ਚਮਕੌਰ ਸਾਹਿਬ ਤੋਂ ਆਈ ਹੈ, ਪੰਜਾਬ ਤੋਂ ਆਈ ਹੈ, ਜਿੱਥੇ ਦਰਿਆ ਤੋਂ ਪਾਰਲੇ ਪਿੰਡ ਮਾਲੇਵਾਲ ਦੇ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਜਸ਼ਿੰਦਰਪਾਲ ਨੇ ਦੱਸਿਆ ਕਿ ਪਿੰਡ ਮਾਲੇਵਾਲ ਦੇ ਨੌਜਵਾਨ ਲਖਵੀਰ ਦਾਸ 35 ਸਾਲ ਦੀ ਉਮਰ ਸੀ। ਉਸ ਦਾ ਨੇੜਲੇ ਪਿੰਡ ਘੁੜਕੇਵਾਲ ਦੇ ਹੀ ਲਖਵੀਰ ਸਿੰਘ ਨੇ ਪਰਿਵਾਰ ਦੀ ਅਣਖ ਖਾਤਰ ਗਰਦਨ ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਲਖਵੀਰ ਦਾਸ ਨੇ 2 ਸਾਲ ਪਹਿਲਾਂ ਨੇੜਲੇ ਪਿੰਡ ਘੁੜਕੇਵਾਲ ਦੀ ਕੁੜੀ ਨਾਲ ਪਰਿਵਾਰ ਦੀ ਮਰਜ਼ੀ ਤੋਂ ਉਲਟ ਪ੍ਰੇਮ ਵਿਆਹ ਕਰਵਾਇਆ ਸੀ ਤੇ ਉਹ ਅੱਜ ਆਪਣੀ ਭੈਣ ਨੂੰ ਮਿਲਣ ਆਇਆ ਹੋਇਆ ਸੀ। ਘਰ ਵਿੱਚ ਬੈਠੇ ਦਾ ਹੀ ਲਖਵੀਰ ਸਿੰਘ ਨੇ ਉਸ ਦੀ ਗਰਦਨ ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ, ਕੇਸ ਦਰਜ ਕਰ ਲਿਆ, ਪਰ ਮੁਲਜ਼ਮ ਫਰਾਰ ਹੈ। ਅਪਰਾਧ ਦੀ ਇੱਕ ਖਬਰ ਨੋਇਡਾ ਤੋਂ ਤੁਹਾਨੂੰ ਦੱਸ ਦਿੰਦੇ ਹਾਂ। ਯੂਪੀ ਦੇ ਗ੍ਰੇਟਰ ਨੋਇਡਾ ਦੇ ਵਿੱਚ ਵੀਰਵਾਰ ਸਵੇਰੇ ਸੈਰ ਕਰਨ ਦੇ ਲਈ ਨਿਕਲੀ 20 ਸਾਲਾ ਮੁਟਿਆਰ ਨੂੰ 3 ਅਣਪਛਾਤਿਆਂ ਨੇ ਕਥਿਤ ਤੌਰ ਤੇ ਅਗਵਾ ਕਰ ਲਿਆ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਟਿਆਰ ਆਪਣੇ 3 ਛੋਟੇ ਭੈਣ ਭਰਾਵਾਂ ਨਾਲ ਤੜਕੇ 4:30 ਵਜੇ ਸੈਰ ਤੇ ਨਿਕਲੀ ਸੀ। ਪੁਲਿਸ ਨੇ FIR ਦਰਜ ਕਰ ਲਈ ਹੈ ਤੇ ਮੁਟਿਆਰ ਦੀ ਭਾਲ ਲਈ 5 ਟੀਮਾਂ ਬਣਾ ਦਿੱਤੀਆਂ ਨੇ। ਪਰਿਵਾਰ ਤੇ
ਹੋਰ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਬਿਹਾਰ ਤੋਂ ਇੱਕ ਅਜਿਹੀ ਖਬਰ ਤੁਹਾਨੂੰ ਦੱਸਦੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਕਿਉਂਕਿ 6ਵੀਂ ਦੇ 2 ਜਵਾਕ ਪਲਾਂ ਦੇ ਵਿੱਚ ਹੀ ਮਾਲਾ ਮਾਲ ਹੋ ਗਏ। ਉਹਨਾਂ ਦੇ ਬੈਂਕ ਖਾਤਿਆਂ ਵਿੱਚ 900 ਕਰੋੜ ਰੁਪਏ ਦੀ ਐਂਟਰੀ ਹੋਈ ਹੈ। ਘਟਨਾ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੀ ਹੈ, ਜਿੱਥੇ 6ਵੀਂ ਜਮਾਤ ਦੇ 2 ਵਿਦਿਆਰਥੀਆਂ ਆਸ਼ੀਸ਼ ਕੁਮਾਰ ਅਤੇ ਗੁਰਚਰਨ ਵਿਸ਼ਵਾਸ ਦੇ ਬੈਂਕ ਖਾਤਿਆਂ ਵਿੱਚ 15 ਸਤੰਬਰ ਨੂੰ 6 ਕਰੋੜ ਤੋਂ ਵੱਧ, ਇੱਕ ਜਣੇ ਦੇ ਅਕਾਊਂਟ ਵਿੱਚ 9 ਕਰੋੜ ਤੋਂ ਵੱਧ ਦੀ ਜਿਹੜੀ ਐਂਟਰੀ ਹੋਈ ਹੈ। ਦੋਵੇਂ ਬੱਚੇ ਬਗਾਹੁਰਾ ਪੰਚਾਇਤ ਦੇ ਪਾਸਤੀਆ ਪਿੰਡ ਦੇ ਮੂਲ ਨਿਵਾਸੀ ਨੇ। ਉਹਨਾਂ ਦੇ ਉੱਤਰ ਬਿਹਾਰ ਗ੍ਰਾਮੀਣ ਬੈਂਕ ਦੇ ਵਿੱਚ ਖਾਤੇ ਨੇ। ਕਟਿਹਾਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਕਿ ਦੋਵੇਂ ਬੱਚਿਆਂ ਨੂੰ ਮੋਟੀ ਰਕਮ ਮਿਲੀ ਹੈ। ਬੱਚਿਆਂ ਦੇ ਖਾਤਿਆਂ ਵਿੱਚ ਵੱਡੀ ਰਕਮ ਜਮ੍ਹਾਂ ਹੋਈ ਹੈ। ਇਹ ਰਕਮ ਮਿਨੀ ਸਟੇਟਮੈਂਟਸ ਦੇ ਵਿੱਚ ਵੇਖੀ ਜਾ ਸਕਦੀ ਹੈ। ਤੇ ਇਸ ਮਸਲੇ ਤੇ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਹੀ ਬੱਚਿਆਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਹੋਏ, ਅਸੀਂ ਖਾਤਿਆਂ ਨੂੰ ਜਾਮ ਕਰ ਦਿੱਤਾ ਤੇ ਪੈਸੇ ਕਢਵਾਉਣ ਤੇ ਰੋਕ ਲਾ ਦਿੱਤੀ। ਬੱਚਿਆਂ ਦੇ ਮਾਪਿਆਂ ਨੂੰ ਵੀ ਨਹੀਂ ਪਤਾ ਕਿ ਕਰੋੜਾਂ ਰੁਪਏ ਖਾਤਿਆਂ ਵਿੱਚ ਕਿਵੇਂ ਆਏ। ਇਸ ਤੋਂ ਪਹਿਲਾਂ ਇਸੇ ਬੈਂਕ ਦੀ ਕਿਸੇ ਹੋਰ ਬ੍ਰਾਂਚ ਵਿੱਚ ਕਿਸੇ ਦੇ ਖਾਤੇ ਵਿੱਚ 5.5 ਲੱਖ ਰੁਪਏ ਪੈ ਗਏ ਸੀ, ਪਰ ਉਸ ਵਿਅਕਤੀ ਨੇ ਇਹ ਕਹਿ ਕੇ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਲੱਖ ਦੇ ਵਾਅਦੇ ਤਹਿਤ ਇਹ 5.5 ਲੱਖ ਰੁਪਏ ਪਾਏ ਨੇ। ਪਰ ਇਹਨਾਂ ਬੱਚਿਆਂ ਦੇ ਖਾਤੇ ਜਾਮ ਕਰ ਦਿੱਤੇ ਗਏ ਨੇ। 900 ਕਰੋੜ ਰੁਪਏ ਪਾ ਕੇ ਵਾਪਸ ਜਿਹੜੇ ਨੇ ਪੈਸੇ ਹੁਣ ਬੈਂਕ ਦੇ ਵੱਲੋਂ ਲੈ ਲਏ ਜਾਣਗੇ, ਕਿਉਂਕਿ ਖਾਤੇ ਜਾਮ ਕਰ ਦਿੱਤੇ ਗਏ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।